ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸ਼੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧ ਹੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਅਧਿਆਤਮ ਕਰਮ ਜੇ ਕਰੇ ਨਾ, ਅਧਿਆਤਮ ਕਰਮ ਜੇ ਕਰੇ, ਨਾਮ ਨਾ ਕਬਹੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ, ਸੁਨ ਮਨ ਮੇਰੇ ਭਜ ਸਤਿਗੁਰ ਸ਼ਰਣਾ। ਗੁਰ ਪ੍ਰਸਾਦੀ ਛੁਟੀ ਐ, ਬਿਖ ਭਵ ਜਲ ਸ਼ਬਦ ਗੁਰੂ ਤਰਣਾ। ਰਹਾਉ ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਕਾਰ। ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਪੰਡਤ ਪੜ੍ਹੈ ਬੰਧਨ ਮੋਹ ਬਾਧਾ, ਨਹਿ ਬੂਝੈ ਬਿਖਿਆ ਪਿਆਰ। ਸਤਿਗੁਰ ਮਿਲਿਐ ਤ੍ਰਿਕੁਟੀ ਛੁਟੈ, ਸਤਿਗੁਰ ਮਿਲਿਐ ਤ੍ਰਿਕੁਟੀ ਛੁਟੈ। ਚੌਥੈ ਪਦ ਮੁਕਤ ਦੁਆਰ, ਗੁਰ ਤੇ ਮਾਰਗ ਪਾਈਐ, ਚੁਕੈ ਮੋਹ ਗੁਬਾਰ। ਸ਼ਬਦ ਮਰੈ ਤਾਂ ਉਦਰੈ, ਪਾਏ ਮੋਖ ਦੁਆਰ। ਗੁਰ ਪ੍ਰਸਾਦੀ ਮਿਲ ਰਹੈ, ਸੱਚ ਨਾਮ ਕਰਤਾਰ। ਇਹ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੈ ਉਪਾਏ। ਦੂਜੈ ਭਾਏ ਦੁਖ ਲਾਏਂਦਾ, ਬਹੁਤੀ ਦੇ ਸਜਾਏ। ਨਾਨਕ ਨਾਮ ਲਗੇ ਸੇ ਉਬਰੇ, ਹਉਮੈ ਸ਼ਬਦ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਬਣੀ ਹੈ, ਜੋ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਨੇ ਸਵਾਸ ਬਖਸ਼ੇ ਹਨ ਤੇ ਉਹਨਾਂ ਸਵਾਸਾਂ ਨੂੰ ਸਫਲ ਕਰਨ ਵਾਸਤੇ ਰੋਜ਼ਾਨਾ ਦੇ ਵਾਂਗ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ
ਗੁਰਬਾਣੀ ਵਿਚਾਰ ਐਪੀਸੋਡ ਲੈ ਕੇ ਆਪ ਜੀ ਕੇ ਸਨਮੁਖ ਹਾਜ਼ਰੀ ਲਵਾਉਣ ਵਾਸਤੇ ਜੁੜੇ ਹਾਂ। ਹੁਣੇ ਜੋ ਆਪ ਜੀ ਨੇ ਪਾਵਨ ਸ਼ਬਦ ਸਰਵਣ ਕੀਤਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਸ਼੍ਰੀ ਰਾਗ ਦਾ ਇਹ 51 ਨੰਬਰ ਸ਼ਬਦ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਬੰਦ ਦੇ ਸ਼ਬਦ ਦੇ ਕੁੱਲ 4 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼੍ਰੀ ਰਾਗ ਦੇ ਵਿੱਚ ਇਹ 18 ਨੰਬਰ ਸ਼ਬਦ ਹੈ ਤੇ ਸ਼੍ਰੀ ਰਾਗ ਦੇ ਵਿੱਚ ਇਸ ਸ਼ਬਦ ਦੀ ਗਿਣਤੀ 51 ਨੰਬਰ ਹੈ, 51 ਨੰਬਰ। ਜਿਵੇਂ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਰਹੇ ਹਾਂ, ਲਗਾਤਾਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸ਼ਬਦਾਂ ਨੂੰ, ਜਿਹਦੇ ਵਿੱਚ ਇੱਕ ਗੱਲ ਬਾਰ-ਬਾਰ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਹੇ ਮਨੁੱਖ, ਆਪਣੇ ਜੀਵਨ 'ਚ ਇਸ ਗੱਲ ਨੂੰ ਇੱਕ ਪੱਕੇ ਤਰੀਕੇ ਨਾਲ ਵਸਾਲਾ ਕਿ ਜਿਹੜਾ ਪਰਿਪੂਰਨ ਪਰਮਾਤਮਾ ਹੈ ਨਾ, ਜੋ ਸਭ ਕੁਝ ਕਰਨ ਵਾਲਾ ਹੈ, ਸਭ ਕੁਝ ਬਣਾਉਣ ਵਾਲਾ ਹੈ, ਉਹ ਤੇਰੀਆਂ ਚਾਪਲੂਸੀਆਂ ਦੇ ਨਾਲ ਨਹੀਂ ਉਤਰ ਉੱਠਣ ਵਾਲਾ। ਬਾਹਰ ਦੇ ਕੀਤੇ ਹੋਏ ਕਰਮ ਕਾਂਡਾਂ ਤੇ ਪਖੰਡਾਂ ਦੇ ਨਾਲ ਨਹੀਂ ਉਹ ਰੀਝਣ ਵਾਲਾ। ਤੂੰ ਸੰਸਾਰ ਦੇ ਲੋਕਾਂ ਨੂੰ ਤੇ ਧੋਖਾ ਦੇ ਸਕਦਾ ਹੈ, ਬਾਹਰ ਦੇ ਵੰਨ ਸੁਵੰਨੇ ਮੁਖੋਟੇ ਪਾ ਕੇ, ਪਰ ਤੂੰ ਉਸ ਪਰਮਾਤਮਾ ਨੂੰ ਨਹੀਂ ਧੋਖਾ ਦੇ ਸਕਦਾ, ਕਿਉਂਕਿ ਉਹ ਤੇਰੇ ਇੱਥੋਂ ਤੱਕ ਉਹ ਵਾਕਿਫ ਹੈ ਕਿ ਤੇਰੇ ਅੰਦਰ ਕੀ ਚੱਲ ਰਿਹਾ ਹੈ। ਤੇਰੇ ਅੰਦਰ ਦੀ ਇੱਕ ਫੀਲਿੰਗ, ਤੇਰੇ ਅੰਦਰ ਦੀ ਇੱਕ ਅਵਸਥਾ ਤੋਂ ਉਹ ਜਾਣੂ ਹੈ। ਨਾ ਉਹ ਤੋਂ ਅੱਜ ਤੱਕ ਕੋਈ ਛੁਪਿਆ ਹੈ ਤੇ ਨਾ ਕਦੀ ਛੁਪ ਸਕਦਾ। ਪਰ ਮਨੁੱਖ ਨੂੰ ਇੱਕ ਬੜਾ ਵੱਡਾ ਵਹਿਮ ਆ, ਇੱਕ ਬੜਾ ਹੀ ਵੱਡੀ ਗਲਤ ਫਹਿਮੀ ਹੈ ਇਹਨੂੰ, ਕਿ ਸ਼ਾਇਦ ਮੈਂ ਜਿਵੇਂ ਦੁਨੀਆ ਨੂੰ ਧੋਖਾ ਦਿੰਦਾ ਵਾਂ ਨਾ, ਸ਼ਾਇਦ ਬਾਹਰ ਦੇ ਕਰਮ ਕਾਂਡ ਤੇ ਪਖੰਡ ਕਰਕੇ ਰੱਬ ਨੂੰ ਵੀ ਮੈਂ ਫਸਾ ਲਵਾਂਗਾ ਆਪਣੇ ਜਾਲ ਵਿੱਚ। ਪਰ ਹੈ ਇਹ ਝੂਠ ਹੈ। ਹੁਣ ਗੁਰੂ ਅਮਰਦਾਸ ਸਾਹਿਬ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਇਸੇ ਕਥਾ ਨੂੰ ਸਾਡੇ ਸਾਹਮਣੇ ਰੱਖਿਆ। ਰੋਜ਼ਾਨਾ ਆਪਾਂ ਸ਼ਬਦ ਦੀ ਵਿਚਾਰ ਰਹਾਉ ਦੇ ਬੰਦ ਤੋਂ ਕਰਦੇ ਹਾਂ। ਆਓ ਅੱਜ ਵੀ ਰਹਾਉ ਦੇ ਬੰਦ ਦੇ ਉੱਤੇ ਨਜ਼ਰ ਮਾਰੀਏ, ਕੌਨਸੈਂਟਰੇਟ ਕਰਨ ਦਾ ਯਤਨ ਕਰੀਏ ਕਿ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕੀ ਸਮਝਾ ਰਹੇ ਨੇ। ਸਾਹਿਬ ਜੀ ਕਹਿੰਦੇ, ਭਾਈ ਰੇ ਗੁਰਮੁਖ ਬੂਝੈ ਕੋਏ। ਕਹਿੰਦੇ, ਹੇ ਭਾਈ, ਕੋਈ ਵਿਰਲਾ ਹੀ ਹੈ ਜਿਸ ਮਨੁੱਖ ਨੂੰ ਇਹ ਜੁਗਤ ਸਮਝ ਆ ਗਈ ਹੈ ਸੱਚ ਦੀ, ਸਿਧਾਂਤ ਦੀ, ਗੁਰੂ ਸ਼ਬਦ ਉੱਤੇ ਤੁਰਨ ਦੀ। ਤੇ ਰਹਾਉ ਦਾ ਜਿਹੜਾ ਇਹ ਕੱਲ੍ਹ ਦਾ ਬੰਦ ਸੀ, ਜਿਹੜਾ ਆਪਾਂ ਵਿਚਾਰਿਆ ਸੀ, ਧਿਆਨ ਦੇਣ ਵਾਸਤੇ ਪਿਛੋਕੜ ਬੰਦ ਨਾਲ ਜੋੜ ਰਹੇ ਹਾਂ। ਪਿਛੋਕੜ ਜਿਹੜਾ ਆਪਾਂ ਸ਼ਬਦ ਸਰਵਣ ਕੀਤਾ ਸੀ, ਕੱਲ੍ਹ ਦੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹੀ ਬਾਤ ਸਮਝਾਈ ਸੀ ਕਿ ਜੀਵਨ ਦੀ ਸਹੀ ਫਿਲਾਸਫੀ ਜਦ ਤੱਕ ਸਮਝ ਨਹੀਂ ਆਉਂਦੀ, ਜੀਵਨ ਦੀ ਸਹੀ ਮੰਜ਼ਿਲ ਜਦ ਤੱਕ ਪਕੜ 'ਚ ਨਹੀਂ ਆਉਂਦੀ, ਤੂੰ ਭਰਮ ਤੇ ਭੁਲੇਖੇ ਵਿੱਚ ਰਵੇਂਗਾ। ਹੇ ਮੇਰੇ ਵੀਰ, ਜੇ ਜੀਵਨ ਦੀ ਸੱਚੀ ਫਿਲਾਸਫੀ ਨੂੰ ਜਾਣਨਾ ਚਾਹੁੰਦਾ ਹੈ, ਜੀਵਨ ਦੀ ਸਹੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ, ਤੇ ਉਹ ਇੱਕੋ ਇੱਕ ਤਰੀਕਾ ਹੈ ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਸ਼ਬਦ, ਗੁਰਬਾਣੀ ਨਾਲ ਆਪਣੇ ਜੀਵਨ ਨੂੰ ਜੋੜਨਾ। ਕਿਉਂਕਿ ਗੁਰਬਾਣੀ ਦੇ ਰਾਹੀਂ ਹੀ, ਗੁਰੂ ਸ਼ਬਦ ਦੀ ਵਿਚਾਰ ਦੇ ਰਾਹੀਂ ਹੀ, ਗੁਰੂ ਦੀ ਦੱਸੀ ਮੱਤ ਤੇ ਤੁਰਿਆ ਹੀ ਤੈਨੂੰ ਇਹ ਬੁਝਾਰਤ ਬੁੱਝ ਸਕਦੀ ਹੈ, ਸਮਝ ਆ ਸਕਦੀ ਹੈ ਕਿ ਕਿਵੇਂ ਪਰਮਾਤਮਾ ਦੇ ਹੁਕਮ ਦੇ ਉੱਤੇ ਤੁਰਿਆ ਜਾਵੇ। ਇੱਕ ਅੱਜ ਦਾ ਜਿਹੜਾ ਪਾਵਨ ਸ਼ਬਦ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦੇ ਵਿੱਚ ਜਿਹੜਾ ਰਹਾਉ ਦਾ ਬੰਦ ਆ, ਇਹਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ, ਸੁਣ ਮਨ ਮੇਰੇ ਭਜ ਸਤਿਗੁਰੂ ਸ਼ਰਣਾ। ਸੁਣ ਮਨ ਮੇਰੇ, ਸੰਬੋਧਨ ਕੀਤਾ ਹੈ ਆਪਣੇ ਮਨ ਨੂੰ। ਜਿਵੇਂ ਆਪਾਂ ਤਰੀਕਾ ਦੱਸਿਆ ਹੈ, ਗੱਲ ਸਮਝਿਓ
कि सतगुरु जी ने ना सानू तरीका समझाया है कि तू अपने नाल गल्लां किवें करनियां ने। असीं बाहर दियां लोकां नाल बहुत टाइम स्पेंड करते हैं। मनुख नूं दूजियां दे कोल बह के भावें घंटियां बद्धी ये समा बर्बाद कर दवे, इनू कोई घाटा नहीं। पर गुरबाणी 15 मिनट पढ़नी पवे तो बार बार घड़ी वेंदा भी कदों ये टाइम खत्म होवे, क्योंकि जिथों जीवन का सही सलाह मिलनी है उहदे वास्ते 10 मिनट ये जीवन च नहीं गे। पर जिथे सिर्फ कूड़ कबाड़ा है, गंदगी ही गंदगी है, उहदे वास्ते सारा दिन भावें बैठा रहे, 3-3 घंटे की मूवी वेखण नूं तैयार आ जिहदे विचों कुछ नहीं मिलना। पर सच जाणिओ 10 मिनट गुरु शब्द नाल जोड़न नूं तैयार नहीं, जिथों जिंदगी दी अमृत दी, जिसनूं जिंदगी दी सच्चाई दी समझ आउणी है। सतगुरु गुरु नानक साहब जी महाराज ने कुछ लकाया नहीं साडे को। ये नहीं कि भी जिहड़ी गल कथावाचक नूं समझ आ रही है भी दूजे नूं नहीं आऊगी। हर एक सिख नूं जिहड़ा गुरबाणी गुरुमत गुरु ग्रंथ साहिब दा थोड़ा जिहा भी सत्कार करदा है, जिहदे मन विच थोड़ा जिहा भी प्यार आ कि मैं अपने गुरु जी नूं पुछ के तुरना है, उन्हों एक दिन ऐसा आउंदा है जिस दिन उहदे जीवन की ये रूटीन बन जाती है, सुभाव बन जाता है कि वह पल पल एक एक पड़ाव एक एक कदम अपने सतगुरु नूं पुछ पुछ के चलदा है, क्योंकि उसनूं इस गल उत्ते विश्वास वध जाता है कि मेरे सतगुरु ने मैनूं गलत वाले बन्ने नहीं लैके जाना, मेरे सतगुरु ने मैनूं भैड़ी मत नहीं देनी, क्योंकि गुरु जी ने चंगी मत देनी है, बाणी ने चंगी सलाह देनी है, चंगी तरीके दे नाल सजैसट करना है, चंगी एडवाइस देनी है, जिन्हों असी फॉलो करके सुख प्राप्त कर सकते हैं। तो साहब कहते सुन मन मेरे भज सतगुरु शरणा। भज शरणा का अर्थ है शरण विच पैना, गुरु दे शरण विच आ जाना। कहते हे मेरे मन एक गल बड़ी ध्यान नाल सुन, जिहड़ी तेरे जीवन दे विच बहुत कुछ लिया सकती है, तेरे जीवन नूं बड़ा खुशामदीन कर सकती है, तेरे जीवन नूं बड़ा खुशी भरपूर कर सकती है, तेरे जीवन दे विच बड़ी सच्चाई लिया सकती है। वो की है गल? भज सतगुरु शरणा। सब कुछ छड़ दे, अपने आप नूं सतगुरु जी के हुक्म दे उत्ते समर्पण कर दे, सतगुरु दी मत ते अपने आप नूं निशावर कर दे, अपनी मत अपने ख्याल अपने सियाणपां चतुराइयां सारियां एक बन्ने रख दे, सिर्फ ते सिर्फ अपने आप नूं सतगुरु दे हवाले कर दे। सुन मन मेरे भज सतगुरु शरणा। हे मेरे मन ये मेरी गल ध्यान नाल सुन। मेरे सतगुरु जी कहते तू सतगुरु गुरु शब्द नूं अपना आपा समर्पण कर दे, अपनी बांह सतगुरु नूं फड़ा दे। अज तो तू ते सतगुरु एक हो जाओ, गुरु दी मत ते तुरना ही तेरे जीवन का धर्म बन जावे। फिर की होवेगा? गुर प्रसादी छुट्टी है, बिख भव जल शब्द गुरु तरना रहाओ। गुर प्रसादी का अर्थ है गुरु की कृपा, गुरु की बख्शिश के नाल। छुट्टी है दा अर्थ है माया के प्रभाव तो तू बच सकता है, माया के बंधना तो तेरा छुटकारा हो सकता है। बिख भव जल छुट्टी है, बिख भव जल, बिख का अर्थ है जहर, जहर प्रतीक है माया का। गल की जिहड़ा जीवन विच दूषित कर दवे, माया का लालच, माया का स्वार्थ। माया केवल धन दौलत नहीं, ये मता सोचियो कि माया केवल पैसा है। हर एक चीज़ वो माया है जिहदे नाल प्यार पैण ते परमात्मा भुल जाता है। सतगुरु गुरुदेव जी महाराज जी ने बाणी दे विच एक सवाल बड़ा प्यारा किया, कहंदे माया किसनूं आखी है, क्या माया कर्म कमाए। सतगुरु जी कहंदे मैनूं गुरु के सिखां ने क्वेश्चन किया, सच्चे पातशाह जी ये तो समझाओ कि माया कहिंदे किनूं आ, माया किसनूं आखी है, माया कहिंदे किनूं है, क्या माया कर्म कमाए। ते माया दे की कर्म ने, माया किवें अपने आप नूं फसाउंदी है, किवें सानूं फसाउंदी है अपने जाल विच, क्या माया कर्म कमाए। हुण सतगुरु जी जवाब दिंदे दुख सुख यह जियो बंद है,
ਜਦੋਂ ਮਨੁੱਖ ਦਾ ਜੀਵਨ ਦੁੱਖਾਂ ਤੇ ਸੁੱਖਾਂ ਦੇ ਵਿੱਚ ਗਲਤਾਨ ਹੋ ਜਾਵੇ, ਮਨੁੱਖ ਇਹ ਸਮਝਣ ਲੱਗ ਪਵੇ ਕਿ ਇੱਥੇ ਮੈਂ ਦੁਖੀ ਹਾਂ, ਇੱਥੇ ਮੈਂ ਸੁਖੀ ਹਾਂ, ਆਹ ਚੀਜ਼ ਦੁੱਖ ਆ, ਆਹ ਚੀਜ਼ ਸੁੱਖ ਆ। ਇਹ ਜੀਓ ਜਦੋਂ ਇਹ ਆਤਮਾ, ਇਹ ਜੀ, ਇਹ ਮਨ ਦੁੱਖ ਸੁੱਖ ਜੀਓ ਬੰਦ ਹੈ, ਦੁੱਖ ਸੁੱਖ ਦੇ ਬੰਧਨਾਂ ਵਿੱਚ ਵੱਜ ਜਾਵੇ, ਮੋਹ ਮਾਇਆ ਦੇ ਬੰਧਨਾਂ ਵਿੱਚ ਵੱਜ ਜਾਵੇ, ਕਿਸੇ ਦਾ ਆਉਣਾ ਖੁਸ਼ ਕਰੇ, ਕਿਸੇ ਦਾ ਜਾਣਾ ਦੁਖੀ ਕਰੇ। ਸਾਡੀ ਜ਼ਿੰਦਗੀ ਐਵੇਂ ਹੀ ਹੈ ਨਾ, ਬੱਝਿਆ ਪਿਆ ਜੀਵਨ, ਬੰਧਨਾਂ ਦੇ ਵਿੱਚ ਬੱਝਿਆ ਪਿਆ। ਕੁਝ ਮਿਲਦਾ ਹੈ ਤੇ ਖੁਸ਼ੀ ਹੈ, ਕੁਝ ਗਵਾਚਦਾ ਤੇ ਦੁੱਖ ਹੈ। ਨਿੱਕੇ ਹੁੰਦਿਆਂ ਸਾਡੇ ਨਿੱਕੇ ਦੁੱਖ ਸੁੱਖ ਸੀ, ਹੁਣ ਵੱਡੇ ਹੋ ਗਏ ਆ, ਵੱਡੇ ਦੁੱਖ ਸੁੱਖ ਬਣ ਗਏ ਨੇ। ਇਹ ਜੀਓ ਬੰਦ ਹੈ। ਤੇ ਅਗਲੀ ਗੱਲ, ਜਦੋਂ ਕੁਝ ਮਿਲ ਜਾਵੇ ਉਹਦੇ ਵਿੱਚ ਮੈਂ ਆ ਜਾਵੇ, ਹਉਮੈ ਕਰਮ ਕਮਾਏ। ਜਦੋਂ ਜੀਵ ਮੈਂ ਮੇਰੀ ਦੇ ਬੰਧਨਾਂ ਵਿੱਚ ਪੈ ਕੇ, ਵਿਕਾਰਾਂ ਦੇ ਪਿੱਛੇ ਲੱਗ ਕੇ, ਆਪਣੀ ਮੱਤ ਪਿੱਛੇ ਲੱਗ ਕੇ, ਹਉਮੈ ਤੇ ਈਗੋ ਵਿੱਚ ਪੈ ਕੇ ਗੰਦਗੀ ਦੇ ਕੰਮ ਕਰਨ ਲੱਗ ਪਵੇ, ਸਮਝ ਲੈਣਾ ਮਨੁੱਖ ਮਾਇਆ 'ਚ ਹੈ। ਜਿਹੜੇ ਮਨੁੱਖ ਦੀ ਜੀਭਾ, ਸਤਿਗੁਰੂ ਕਹਿੰਦੇ ਅਗਲਾ ਚਿਹਨ ਕੀ ਹੈ ਮਾਇਆ ਦਾ, ਮਾਇਆ ਧਾਰੀ ਅਤ ਅੰਨਾ ਬੋਲਾ। ਜਿਹੜਾ ਮਨੁੱਖ ਸੰਸਾਰਿਕ ਮਾਇਆ ਜਾਲ ਵਿੱਚ ਫਸਿਆ ਪਿਆ ਨਾ, ਉਹਦੀਆਂ ਅੱਖਾਂ ਦੇ ਉੱਤੇ ਅਗਿਆਨਤਾ ਦੀਆਂ ਪੱਟੀਆਂ ਵੱਜੀਆਂ ਨੇ। ਉਹਨੂੰ ਕੰਨਾਂ ਤੋਂ ਗੁਰੂ ਸ਼ਬਦ ਸੁਣਦਾ ਹੀ ਨਹੀਂ, ਕਿਉਂਕਿ ਉਹ ਤੇ ਆਪਣੇ ਹੀ ਮਾਇਆ ਦੇ ਨਸ਼ੇ 'ਚ ਹੈ, ਆਪਣੇ ਹੀ ਪਦਾਰਥਾਂ ਦੇ ਨਸ਼ੇ ਵਿੱਚ ਹੈ। ਮਾਇਆ ਧਾਰੀ ਅਤ, ਅਤ ਦਾ ਅਰਥ ਹੁੰਦਾ ਕਿਸੇ ਨੂੰ ਬੜਾ ਹੀ ਗਹਿਰਾ ਨਸ਼ਾ ਲੱਗ ਜਾਵੇ। ਮਾਇਆ ਧਾਰੀ ਅਤ ਅੰਨਾ ਬੋਲਾ। ਸ਼ਬਦ ਕਹਿੰਦੇ ਅਤ ਦਾ ਅੰਨਾ ਹੈ, ਅਤ ਦਾ ਬੋਲਾ ਹੈ, ਉਹਨੂੰ ਕੁਝ ਨਹੀਂ ਸੁਣਦਾ, ਕੁਝ ਨਹੀਂ ਕੁਝ ਨਹੀਂ ਉਹਨੂੰ ਦੇਖਦਾ। ਜਦੋਂ ਮਾਇਆ ਦੀ ਪੱਟੀ ਅੱਖਾਂ ਤੇ ਵੱਜ ਜਾਂਦੀ ਹੈ, ਮੋਹ ਦੀ ਪੱਟੀ ਅੱਖਾਂ ਤੇ ਵੱਜ ਜਾਂਦੀ ਹੈ, ਫਿਰ ਉਹਨੂੰ ਕੀ ਚੰਗਾ ਹੈ ਕੀ ਮਾੜਾ ਹੈ ਕੁਝ ਨਜ਼ਰ ਨਹੀਂ ਆਉਂਦਾ। ਸ਼ਬਦ ਨਾ ਸੁਣੇ, ਉਹਨੂੰ ਗੁਰੂ ਦੇ ਕੋਲ ਬਹਿ ਕੇ ਵੀ ਉਹ ਆਪਣੇ ਕੰਨਾਂ ਤੋਂ ਗੁਰੂ ਸ਼ਬਦ ਨਹੀਂ ਸੁਣਦਾ। ਬਹੁਤ ਰੋਲ ਘਚੋਲਾ ਗੱਲ ਕੀ, ਅੰਦਰ ਉਹਨੇ ਉਹਦੇ ਇਤਨਾ ਕੋ ਰੋਲਾ ਘਚੋਲਾ ਪੈ ਰਿਹਾ ਹੈ, ਅੰਦਰੋਂ ਮੈਲਾ ਹੋਇਆ ਪਿਆ ਹੈ ਸਭ ਕੁਝ। ਹੁਣ ਇਹ ਮਾਇਆ ਦਾ ਪ੍ਰਭਾਵ ਹੈ। ਹੁਣ ਆਪਣੇ ਜੀਵਨ 'ਚ ਅਸੀਂ ਮਾੜੀ ਜਿਹੀ ਝਾਤੀ ਮਾਰੀਏ ਕਿ ਸਾਡੀ ਜ਼ਿੰਦਗੀ ਐਵੇਂ ਦੀ ਤੇ ਨਹੀਂ, ਕਿਤੇ ਸਾਡੇ ਵੀ ਕੰਨ ਸੁਣਨਾ ਬੰਦ ਤੇ ਨਹੀਂ ਕਰ ਗਏ ਗੁਰੂ ਸ਼ਬਦ ਨੂੰ, ਕਿ ਸਾਡੀ ਵੀ ਜੀਭਾ ਸੱਚ ਬੋਲਣ ਤੋਂ ਸੰਕੋਚ ਤੇ ਨਹੀਂ ਕਿਤੇ ਕਰਨ ਲੱਗ ਪਈ, ਕਿਤੇ ਸਾਡੀਆਂ ਵੀ ਅੱਖਾਂ ਸੱਚ ਵੇਖਦਿਆਂ ਬੰਦ ਤੇ ਨਹੀਂ ਹੋ ਗਈਆਂ ਕਿ ਅਸੀਂ ਕੁਝ ਵੇਖਿਆ ਹੀ ਨਹੀਂ। ਜੇ ਹੈ ਐਸਾ ਤੇ ਸਮਝ ਲੈਣਾ ਅਸੀਂ ਰੋਗੀ ਹਾਂ। ਅਸੀਂ ਰੋਗੀ ਹਾਂ ਤੇ ਸਾਨੂੰ ਦਵਾ ਦੀ ਲੋੜ ਹੈ। ਜੇ ਦਵਾ ਫਿਰ ਕਿੱਥੋਂ ਮਿਲਣੀ ਹੈ, ਮੈਡੀਸਿਨ ਕਿੱਥੋਂ ਮਿਲਣੀ ਹੈ? ਗੁਰੂ ਸ਼ਬਦ ਤੋਂ। ਫਿਰ ਆਪਣਾ ਟ੍ਰੀਟਮੈਂਟ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਇਲਾਜ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕਿਤੇ ਦੂਰ ਜਾਣ ਦੀ ਲੋੜ ਨਹੀਂ, ਕਿਸੇ ਹਸਪੀਟਲ ਵਿੱਚ ਜਾਣ ਦੀ ਲੋੜ ਨਹੀਂ। ਬਸ ਗੁਰੂ ਸ਼ਬਦ ਰੂਪੀ ਵੈਦ ਦੇ ਨਾਲ ਆਪਣਾ ਜੀਵਨ ਜੋੜ ਲਿਓ, ਗੁਰਬਾਣੀ ਰੂਪੀ ਔਸ਼ਧੀ ਨੂੰ ਜੀਵਨ ਦੇ ਵਿੱਚ ਵਸਾਉਣ ਲੱਗ ਪਾਓ ਤੇ ਜੀਵਨ ਨੂੰ ਵਿਕਾਰਾਂ ਤੋਂ ਰੋਕ ਕੇ ਪਰਹੇਜ਼ ਕਰ ਲਿਓ ਕਿ ਮਨ ਵਿਕਾਰਾਂ ਵਾਲੀ ਦਲਦਲ ਵਿੱਚ ਜਾਣ ਤੋਂ ਬਚ ਜਾਵੇ। ਇੱਕ ਪਰਹੇਜ਼ ਰੱਖੋ, ਗੁਰਬਾਣੀ ਦੇ ਭੋਜਨ ਨੂੰ ਖਾਣਾ ਸ਼ੁਰੂ ਕਰ ਲਓ, ਗੁਰੂ ਰੂਪੀ ਵੈਦ ਦੇ ਨਾਲ ਜੀਵਨ ਜੋੜ ਲਓ। ਇਲਾਜ ਹੋ ਸਕਦਾ ਹੈ, ਟ੍ਰੀਟਮੈਂਟ ਹੋ ਸਕਦਾ ਹੈ, ਇਸ ਰੋਗ ਤੋਂ ਮੁਕਤੀ ਮਿਲ ਸਕਦੀ ਹੈ। ਗੁਰਪ੍ਰਸਾਦੀ ਛੁੱਟੀ ਹੈ। ਗੁਰੂ ਦੀ ਕਿਰਪਾ ਦੇ ਨਾਲ ਇਸ ਮਾਇਆ ਦੇ ਬੰਧਨ ਤੋਂ, ਇਸ ਮਾਇਆ ਦੇ ਰੋਗ ਤੋਂ, ਇਸ ਮਾਇਆ ਦੇ ਨਸ਼ੇ ਤੋਂ, ਇਸ ਮਾਇਆ ਦੇ ਜ਼ਹਿਰ ਤੋਂ ਛੁਟਕਾਰਾ ਮਿਲ ਸਕਦਾ ਹੈ। ਭਵ ਜਲ ਸ਼ਬਦ ਗੁਰੂ ਤਰਨਾ। ਤੇ ਇਸ ਭਵ ਜਲ, ਭਵ ਦਾ ਅਰਥ ਹੁੰਦਾ ਅੱਗ, ਜਲ ਦਾ ਅਰਥ ਹੈ ਸਮੁੰਦਰ। ਇਹ ਅੱਗ ਦਾ ਸਮੁੰਦਰ ਹੈ। ਸੰਸਾਰ ਕੀ ਹੈ? ਅੱਗ ਦਾ ਸਮੁੰਦਰ ਹੈ। ਐਸਾ ਸਮੁੰਦਰ ਹੈ ਜਿਹਦੇ ਵਿੱਚ ਅੱਗ ਲੱਗੀ ਪਈ ਹੈ। ਅੱਗ ਕਾਹਦੀ ਲੱਗੀ ਹੈ? ਤ੍ਰਿਸ਼ਨਾ ਦੀ, ਵਿਕਾਰਾਂ ਦੀ, ਈਰਖਾ ਦੀ, ਨਫ਼ਰਤ ਦੀ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਹੇ ਪ੍ਰਭੂ ਜੀ, ਇਹ ਜਿਹੜਾ ਸੜਦਾ ਬਲਦਾ ਜਗਤ ਆ ਨਾ, ਕਿਰਪਾ ਕਰੋ ਤੁਸੀਂ ਮੈਨੂੰ ਵੀ ਇਹ ਸੜਦੇ ਬਲਦੇ ਜਗਤ ਤੋਂ ਬਚਾ ਲਓ। ਜਿਤ ਦੁਆਰੇ ਉਭਰੈ ਤਿੱਤੇ ਲਿਓ ਉਬਾਰ। ਹੇ ਪਾਤਸ਼ਾਹ, ਕਿਰਪਾ ਕਰ ਮੈਨੂੰ ਆਪਣੇ ਦਰ ਨਾਲ ਜੋੜ ਦੇ ਤਾਂ ਕਿ ਮੈਂ ਇਸ ਮਾਇਆ ਦੇ ਜਗਤ ਦੇ ਸਮੁੰਦਰ ਤੋਂ, ਸੜਦੇ ਬਲਦੇ ਜਗਤ ਤੋਂ ਪਾਰ ਲੰਘ ਸਕਾਂ। ਇਹ ਅਰਦਾਸ ਆ, ਇਹ ਬੇਨਤੀ ਹੈ। ਗੁਰਪ੍ਰਸਾਦੀ ਛੁੱਟੀ ਹੈ। ਗੁਰੂ ਦੀ ਕਿਰਪਾ ਦੇ ਨਾਲ ਛੁਟਕਾਰਾ ਮਿਲ ਸਕਦਾ ਹੈ। ਬਿਖ ਮਾਇਆ ਰੂਪੀ ਜ਼ਹਿਰ ਤੋਂ ਭਵ ਜਲ ਸ਼ਬਦ ਗੁਰੂ ਤਰਨਾ। ਤੇ ਇਸ ਗੁਰੂ ਜੀ ਦੇ ਸ਼ਬਦ ਦੱਦੇ ਨੂੰ ਸਿਹਾਰੀ ਹੈ। ਹੁਣ ਦੇਖੋ, ਫਿਰ ਦੇਹ ਦੀ ਬਾਤ ਨਹੀਂ ਆਈ,
ਕਿਤੇ ਵੀ ਦੇਹ ਦੀ ਗੱਲ ਨਹੀਂ ਆਈ। ਈਵਨ ਇੱਥੋਂ ਤੱਕ ਸਤਿਗੁਰੂ ਜੀ ਆਪਣੇ ਨਾਲ ਵੀ ਨਹੀਂ ਜੋੜ ਰਹੇ। ਇਹ ਨਹੀਂ ਕਹਿੰਦੇ ਵੀ ਅਮਰਦਾਸ ਤੁਹਾਨੂੰ ਟ੍ਰੀਟਮੈਂਟ ਦੱਸੂਗਾ, ਗੁਰੂ ਅਮਰਦਾਸ ਸਾਹਿਬ ਤੁਹਾਨੂੰ ਦੱਸਣਗੇ, ਨਹੀਂ। ਕਹਿੰਦੇ ਮੈਂ ਤੁਹਾਡੇ ਸਾਹਮਣੇ ਪ੍ਰਿਸੈਪਸ਼ਨ ਰੱਖਣ ਲੱਗਾ, ਮੰਨਣੀ ਤੁਸੀਂ ਹੈ, ਫੋਲੋ ਤੁਸੀਂ ਕਰਨੀ ਹੈ। ਤੁਸੀਂ ਪੁੱਛਿਆ ਇਹ ਰੋਗ ਕਿਵੇਂ ਮੁਕਤ ਹੋਈਏ, ਦਵਾ ਲੈ ਕੇ ਤੁਹਾਨੂੰ ਦੇ ਦਿੱਤੀ ਹੈ, ਉਹਨੂੰ ਮੰਨਣਾ ਤੁਸੀਂ ਹੈ ਜੀਵਨ ਚੋਂ। ਭਵਜਲ ਸ਼ਬਦ ਗੁਰੂ ਤਰਨਾ, ਸ਼ਬਦ ਗੁਰੂ ਦੇ ਉੱਪਰ ਤੁਰ ਕੇ, ਗੁਰੂ ਦੀ ਮੱਤ ਨੂੰ ਫੋਲੋ ਕਰਕੇ ਇਸ ਅੱਗ ਦੇ ਭਰੇ ਸਮੁੰਦਰ ਤੋਂ, ਵਿਕਾਰਾਂ ਦੀ ਭਰੀ ਦੁਨੀਆ ਤੋਂ ਤਰਿਆ ਜਾ ਸਕਦਾ ਹੈ, ਪਾਰ ਲੰਘਿਆ ਜਾ ਸਕਦਾ ਹੈ, ਬਚਿਆ ਜਾ ਸਕਦਾ ਹੈ। ਇਹ ਰਹਾਉ ਦੇ ਬੰਧ ਦੇ ਵਿੱਚ ਜੁਗਤੀ ਦਿੱਤੀ ਹੈ, ਮਨੁੱਖ ਨੂੰ ਸਕਿੱਲ ਦਿੱਤੀ ਹੈ, ਮਨੁੱਖ ਨੂੰ ਪਰਸੈਪਸ਼ਨ ਦਿੱਤੀ ਹੈ ਕਿ ਕਿਵੇਂ ਤੂੰ ਆਪਣੇ ਜੀਵਨ ਨੂੰ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੈ। ਹੁਣ ਪਹਿਲਾ ਬੰਦ ਹੈ ਅੱਜ ਦੇ ਪਾਵਨ ਸ਼ਬਦ ਦਾ, ਪਰ ਸਤਿਗੁਰੂ ਜੀ ਨੇ ਹੁਣ ਅਗਲੇ ਬੰਦ ਵਿੱਚ ਸਮਝਾਇਆ ਕਿ ਹੋ ਕੀ ਰਿਹਾ ਹੈ। ਮਨੁੱਖ ਦਾ ਧਿਆਨ ਗੁਰੂ ਸ਼ਬਦ ਵੱਲ ਨਹੀਂ ਹੈ, ਮਨੁੱਖ ਦਾ ਧਿਆਨ ਗੁਰੂ ਦੀ ਬੰਦਗੀ ਵੱਲ ਨਹੀਂ ਹੈ, ਮਨੁੱਖ ਦਾ ਧਿਆਨ ਗੁਰੂ ਸ਼ਬਦ ਦੀ ਵਿਚਾਰ ਤੇ ਨਹੀਂ ਹੈ। ਸੱਚ ਜਾਣਿਓ ਸਾਨੂੰ ਕਿਤੇ ਜਾਣ ਦੀ ਲੋੜ ਹੀ ਕੋਈ ਨਹੀਂ। ਕਿਉਂ ਅਸੀਂ ਕਿਸੇ ਮਨੁੱਖ ਦੇ ਪੈਰਾਂ ਵਿੱਚ ਡਿੱਗਦੇ ਫਿਰੀਏ? ਕਿਉਂ ਕਿਸੇ ਕੋਲੋਂ ਜਾ ਕੇ ਪੁੱਛਦੇ ਫਿਰੀਏ ਕਿ ਭਾਈ 10 ਸੁੱਖ ਕਿਵੇਂ ਮਿਲਣਗੇ? ਸਾਡੇ ਘਰ ਵਿੱਚ ਸਭ ਕੁਝ ਮੌਜੂਦ ਹੈ, ਹਰ ਚੀਜ਼ ਮੇਰੇ ਗੁਰੂ ਦੇ ਕੋਲ ਪਈ ਹੈ। ਸਮਝਣ ਦੀ ਲੋੜ ਆ। ਬਸ ਅਸੀਂ ਇੰਨਾ ਹੀ ਯਤਨ ਨਹੀਂ ਕਰਦੇ ਕਿ ਕਿਤੇ ਗੁਰੂ ਕੋਲ ਬਹਿ ਕੇ ਰੋਜ਼ਾਨਾ ਇੱਕ ਅੰਗ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਲਈਏ। ਇੰਨਾ ਹੀ ਕਰਨ ਲੱਗ ਪਈਏ ਨਾ ਵੀਰ ਮੇਰਿਓ, ਬੜਾ ਕੁਝ ਤੁਹਾਡੇ ਘਰ ਦੇ ਵਿੱਚ ਆ ਸਕਦਾ। ਇੱਕ ਸਤਿਗੁਰੂ ਦੇ ਵੱਲ ਮੂੰਹ ਕੀਤਿਆਂ ਤੁਹਾਡੇ ਘਰ ਵਿੱਚ ਪਿਆਰ, ਮੁਹੱਬਤ, ਸਭ ਕੁਝ, ਇੱਕ ਦੂਸਰੇ ਦਾ ਸਤਿਕਾਰ, ਪਤੀ ਪਤਨੀ ਦੀ ਵਫਾਦਾਰੀ, ਬੱਚਿਆਂ ਦੀ ਮਾਤਾ ਪਿਤਾ ਦੇ ਪ੍ਰਤੀ ਵਫਾਦਾਰੀ, ਇਹ ਸਾਰੇ ਸੁੱਖ ਤੁਹਾਨੂੰ ਸੁੱਤੇ ਚਿੱਤ ਮਿਲ ਸਕਦੇ ਹਨ। ਬਸ ਜੇ ਯਤਨ ਇੰਨਾ ਕਰੋ, ਆਪਣਾ ਮੂੰਹ ਗੁਰੂ ਵੱਲ ਕਰ ਲਓ, ਆਪਣਾ ਮੂੰਹ ਗੁਰੂ ਸ਼ਬਦ ਵੱਲ ਕਰ ਲਓ, ਆਪਣੇ ਜੀਵਨ ਨੂੰ ਗੁਰੂ ਸ਼ਬਦ ਦੇ ਮੁਤਾਬਕ ਤੋਰਨਾ ਸ਼ੁਰੂ ਕਰ ਦਿਓ। ਮੈਂ ਇੱਕ ਗੱਲ ਸਤਿਗੁਰ ਦੀ ਭੈ ਭਾਵਰੀ ਵਿੱਚ ਰਹਿ ਕੇ ਕਹਿਣਾ, ਜੀਵਨ ਤੁਹਾਡਾ ਸੁਖੀ ਹੋ ਜਾਵੇਗਾ, ਘਰ ਤੁਹਾਡਾ ਸੁਖੀ ਹੋ ਜਾਵੇਗਾ। ਪਰ ਸਾਹਿਬ ਕਹਿੰਦੇ ਮਨੁੱਖ ਦਾ ਧਿਆਨ ਇੱਧਰ ਨੂੰ ਨਹੀਂ ਹੈ। ਮਨੁੱਖ ਸ਼ਾਰਟਕਟ ਲੱਭਦਾ ਹੈ, ਮਿਹਨਤ ਨਹੀਂ ਕਰਨੀ ਚਾਹੁੰਦਾ, ਸ਼ਾਰਟਕਟ ਲੱਭਦਾ ਹੈ ਕਿ ਮੈਨੂੰ ਸ਼ਾਰਟਕਟ ਲੱਭ ਜਾਵੇ, ਮੈਂ ਉਹਨੂੰ ਅਪਣਾ ਲਵਾਂ ਤੇ ਅੱਗੇ ਲੰਘ ਜਾਵਾਂ। ਤੇ ਕਹਿੰਦੇ ਕਰ ਕੀ ਰਿਹਾ ਹੈ? ਕਾਇਆ ਸਾਧੇ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਕਾਇਆ ਦਾ ਅਰਥ ਹੈ ਸਰੀਰ, ਸਾਧੇ ਦਾ ਅਰਥ ਹੈ ਸਾਧ ਦਾ ਹੈ, ਭਾਵ ਇਸ ਨੂੰ ਵਸ ਵਿੱਚ ਰੱਖਣ ਦਾ ਯਤਨ ਕਰਦਾ ਹੈ। ਉਰਦ ਦਾ ਅਰਥ ਹੈ ਪੁੱਠਾ ਲਟਕਣਾ, ਤਪ ਦਾ ਅਰਥ ਹੈ ਭਾਂਤ ਭਾਂਤ ਦੀ ਤਪੱਸਿਆਵਾਂ ਕਰਨੀਆਂ। ਸਭ ਕਹਿੰਦੇ ਮਨੁੱਖ ਨੇ ਪਤਾ ਕੀ ਕੀਤਾ, ਇਹਨੇ ਸੋਚਿਆ ਕਿ ਸ਼ਾਇਦ ਕਾਇਆ ਨੂੰ ਸਾਧ ਕੇ ਇਹਨਾਂ ਵਿਕਾਰਾਂ ਤੋਂ ਮੁਕਤੀ ਮਿਲ ਸਕਦੀ ਹੈ। ਕਿਸੇ ਨੇ ਆਪਣੇ ਆਪ ਨੂੰ ਜੰਗਲਾਂ ਦੇ ਵਿੱਚ ਲੈ ਗਿਆ, ਕੋਈ ਪੁੱਠਾ ਲਮਕ ਗਿਆ, ਕੋਈ ਕਹਿੰਦਾ ਜੀ ਮੈਂ ਪੁੱਠਾ ਇਸ ਕਰਕੇ ਲਮਕਿਆ ਹੈ, ਇਹ ਤਪ ਕਰ ਰਿਹਾ ਹੈ, ਤਪ ਕਰ ਰਿਹਾ ਹੈ। ਕੋਈ ਚੌਂਕੜਾ ਮਾਰ ਕੇ ਬੈਠਾ ਹੈ, ਭੋਰਿਆਂ ਦੇ ਵਿੱਚ ਬੈਠਾ ਹੈ। ਸਤਿਗੁਰੂ ਕਹਿੰਦੇ ਕੋਈ ਸਰੀਰ ਨੂੰ ਤਕਲੀਫ ਦੇ ਰਿਹਾ ਹੈ, ਕੋਈ ਕੰਧ ਮੂਲ ਖਾ ਕੇ ਗੁਜ਼ਾਰਾ ਕਰ ਰਿਹਾ ਹੈ। ਪਰ ਕੀ ਉਹਨਾਂ ਦੇ ਕੋਲ ਜਾ ਕੇ ਪੁੱਛ ਕੇ ਵੇਖੋ ਕਿ ਉਹਨਾਂ ਦੇ ਵਿੱਚ ਨਿਮਰਤਾ ਆਈ ਹੈ, ਕਿਤੇ ਧਰਮ ਦਾ ਕੋਈ ਕਿਣਕਾ ਵਸਿਆ? ਸਭ ਕਹਿੰਦੇ ਕਾਇਆ ਸਾਧੇ ਉਰਦ ਤਪ ਕਰੈ, ਬੜਾ ਕੁਝ ਕੀਤਾ ਹੈ, ਕਾਇਆ ਨੂੰ ਸਾਧਿਆ ਹੈ, ਪੁੱਠਾ ਲਮਕਿਆ ਹੈ, ਤਪ ਸਾਧਨਾਵਾਂ ਕੀਤੀਆਂ ਨੇ, ਪਰ ਵਿੱਚੋਂ ਹਉਮੈ ਨਾ ਜਾਏ। ਪਰ ਕਮਾਲ ਦੀ ਗੱਲ ਆ, ਈਗੋ ਤੇ ਵਿੱਚੋਂ ਗਈ ਨਹੀਂ, ਮੈਂ ਤੇ ਵਿੱਚੋਂ ਗਈ ਨਹੀਂ। ਇੱਕ ਮਨੁੱਖ ਕਹਿ ਰਿਹਾ ਮੈਂ ਰੋਜ਼ ਸਵੇਰੇ 3 ਵਜੇ ਉੱਠਦਾ, ਚੌਂਕੜਾ ਮਾਰਦਾ, ਬੜਾ ਮੈਂ ਸਿਮਰਨ ਕਰਦਾ, ਨੇਤਰ ਬੰਦ ਕਰ ਲੈਂਦਾ, ਫਿਰ ਜਦ ਤੱਕ ਪੂਰਾ ਗੁਟਕਾ ਨਹੀਂ ਨਾ ਮੁੱਕਦਾ ਮੈਂ ਨਹੀਂ ਉੱਠਦਾ, ਨਾ ਮੈਂ ਰੋਟੀ ਖਾਣਾ, ਨਾ ਮੈਂ ਪਾਣੀ ਪੀਣਾ, ਕੁਝ ਨਹੀਂ ਕਰਦਾ ਮੈਂ, ਬਸ ਮੈਂ ਆਪਣੇ ਆਪ ਨੂੰ ਸਾਧਦਾ ਆਪਣੇ ਆਪ ਨੂੰ। ਸਤਿਗੁਰੂ ਗੁਰਦੇਵ ਕਹਿੰਦੇ ਠੀਕ ਆ, ਤੂੰ ਸਾਧਦਾ ਨਾ ਆਪਣੇ ਆਪ ਨੂੰ, ਠੀਕ ਆ। ਗੁਰੂ ਜੀ ਇੱਕ ਪੇਪਰ ਪਾ ਦਿੰਦੇ ਨੇ ਬਈ ਇਸ ਪੇਪਰ ਦੇ ਵਿੱਚ ਮੈਂ ਵੇਖਣਾ ਵੀ ਤੂੰ ਕਿੰਨਾ ਕੁ ਆਪਣੇ ਆਪ ਨੂੰ ਸਾਧਿਆ। ਤੇ ਸੱਚ ਜਾਣਿਓ, ਜਦੋਂ ਜਿਸ ਮਨੁੱਖ ਦੇ ਅੰਦਰ ਗੁਰਮਤ ਨਹੀਂ, ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਪ੍ਰੇਮ ਨਹੀਂ, ਜਿਸ ਮਨ ਵਿੱਚ ਗੁਰੂ ਦੇ ਪ੍ਰਤੀ ਜੀਵਨ ਦੇ ਵਿੱਚ ਹਜੇ ਸਮਰਪਣ ਨਹੀਂ, ਕੇਵਲ ਬਾਹਰ ਦੀ ਸਾਧਨਾ ਹੈ, ਫੇਲ ਹੋ ਜਾਵੇਗਾ ਪੇਪਰ ਚੋਂ। ਬੜੇ ਫੇਲ ਹੋ ਗਏ।
ਕਈ ਜ਼ਿੰਦਗੀਆਂ ਸਾਨੂੰ ਮਿਲ ਜਾਣਗੀਆਂ ਐਸੀਆਂ ਜਿਨ੍ਹਾਂ ਨੂੰ ਤੁਸੀਂ ਜਾ ਕੇ ਪੁੱਛੋਗੇ ਵੀ ਤੂੰ ਗੁਰਦੁਆਰੇ ਨਹੀਂ ਜਾਂਦਾ। ਮੈਂ ਕਿਉਂ ਜਾਵਾਂ, ਮੈਂ ਇੰਨਾ ਮੰਗਿਆ ਸੀ, ਮੈਨੂੰ ਦਿੱਤਾ ਹੀ ਕੁਝ ਨਹੀਂ। ਮੇਰੇ ਪੁੱਤਰ ਨੂੰ ਸੁੱਖ ਨਹੀਂ ਮਿਲਿਆ, ਕਿਉਂਕਿ ਅਸੀਂ ਸੰਸਾਰੀ ਦੁੱਖਾਂ ਸੁੱਖਾਂ ਦੇ ਵਿੱਚ ਫਸੇ ਹਾਂ। ਹੁਣ ਮੈਂ ਗੁਨਾਹ ਕੀਤਾ ਹੈ, ਮੈਂ ਬੇਈਮਾਨੀ ਕੀਤੀ ਹੈ, ਹੁਣ ਮੈਂ ਗੁਨਾਹ ਕਰਕੇ ਭੁੱਲ ਗਿਆ ਵਾਂ ਤੇ ਮੈਂ ਗੁਰਦੁਆਰੇ ਆ ਕੇ ਸੋਚਾਂ ਵੀ ਮੈਂ ਝਾੜੂ ਮਾਰ ਲਵਾਂ, ਮੈਂ ਇੱਥੇ ਜੀ ਥਾਲੀਆਂ ਮਾਂਜ ਲਵਾਂ, ਇੱਥੇ ਬਹਿ ਕੇ ਮੈਂ ਸਿਮਰਨ ਕਰਾਂ, ਕੀਰਤਨ ਅੱਖਾਂ ਮੀਟ ਕੇ ਸੁਣਾ, ਪਰ ਜਿਹੜਾ ਮੈਂ ਉਹ ਅਪਰਾਧ ਕੀਤਾ ਹੈ, ਕਿਸੇ ਨਿਰਦੋਸ਼ ਦਾ ਹੱਕ ਮਾਰਿਆ ਹੈ ਜਾਂ ਕੋਈ ਮੈਂ ਕੁਕਰਮ ਕੀਤਾ ਹੈ, ਉਹਦੀ ਸਜ਼ਾ ਤੇ ਮਿਲਣੀ ਆ ਨਾ। ਉਹਨੇ ਤੇ ਮਿਲ ਕੇ ਹੀ ਰਹਿਣਾ ਹੈ, ਉਹ ਸਜ਼ਾ ਨਹੀਂ ਕੰਮ ਹੋਣੀ, ਉਹਨੇ ਮਿਲ ਕੇ ਰਹਿਣਾ ਹੈ ਜਿਹੜਾ ਮੈਂ ਗੁਨਾਹ ਕੀਤਾ ਹੈ। ਇਸੇ ਕਰਕੇ ਸਾਹਿਬ ਕਹਿੰਦੇ ਗੁਨਾਹਕਾਰੀ ਨਾ ਸੁੱਤੇ ਚਿੱਤ ਵੀ ਨਹੀਂ ਹੋਣਾ ਚਾਹੀਦਾ, ਰੇ ਨਰ ਅਚੇਤ ਪਾਪ ਤੇ ਡਰ ਹੈ। ਕਹਿੰਦੇ ਸਿੱਖ ਦਾ ਜੀਵਨ ਤੇ ਐਸਾ ਨਿਰਮਲ ਹੋਣਾ ਚਾਹੀਦਾ ਹੈ, ਉਹਦੇ ਤੇ ਸੁਪਨੇ ਦੇ ਵਿੱਚ ਵੀ ਗੁਨਾਹ ਨਹੀਂ ਹੋਣਾ ਚਾਹੀਦਾ। ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਕਾਜ਼ੀ ਕੋ ਜ਼ਰਾ ਨਾ ਵਰਨਾ। ਉਹਦੇ ਸੁਪਨੇ ਦੇ ਵਿੱਚ ਵੀ ਕਾਮ ਉਪਾਸਨਾਵਾਂ ਦੀਆਂ ਬਿਰਤੀਆਂ ਨਹੀਂ ਚਾਹੀਦੀਆਂ, ਉਹਦੇ ਸੁਪਨੇ ਦੇ ਵਿੱਚ ਵੀ ਵੈਰੀ ਦੁਸ਼ਮਣ ਦੀ ਕ੍ਰੋਧੀ ਅਵਸਥਾ ਨਹੀਂ ਚਾਹੀਦੀ। ਇੰਨਾ ਨਿਰਮਲ ਜੀਵਨ ਕਿਵੇਂ ਬਣੇਗਾ? ਗੁਰੂ ਦੀ ਮੱਤ ਤੇ ਤੁਰ ਕੇ, ਪ੍ਰੈਕਟੀਕਲ ਜੀਵਨ ਨੂੰ ਕਰਕੇ। ਪਰ ਸਾਹਿਬ ਕਹਿੰਦੇ ਕਰ ਕੀ ਰਿਹਾ ਹੈ? ਕਾਇਆ ਸਾਧੇ ਉਰਦ ਤਪ ਕਰੇ। ਸਰੀਰ ਨੂੰ ਸਾਧ ਰਿਹਾ ਹੈ, ਬੜਾ ਸਾਧ ਰਿਹਾ ਹੈ ਸਰੀਰ ਨੂੰ। ਕਿਤੇ ਕੋਈ ਤਪ ਕਰ ਰਿਹਾ ਹੈ, ਸਮਾਧੀਆਂ ਲਾ ਰਿਹਾ ਹੈ, ਤਪ ਕਰੇ, ਤਪੱਸਿਆਵਾਂ ਸਾਧ ਰਿਹਾ ਹੈ, ਬਹੁਤ ਤਪ ਸਾਧਦਾ ਹੈ, ਵਿੱਚੋਂ ਹਉਮੈ ਨਾ ਜਾਏ। ਪਰ ਸਾਹਿਬ ਕਹਿੰਦੇ ਨੇੜੇ ਹੋ ਕੇ ਵੇਖਿਆ, ਮੈਂ ਮੇਰੀ ਵਿੱਚੋਂ ਨਹੀਂ ਗਈ, ਹੰਕਾਰ ਵਿੱਚੋਂ ਨਹੀਂ ਗਿਆ। ਓਨੀ ਈਗੋ ਹੈ, ਓਨੀ ਹੰਕਾਰ ਆ, ਓਨੀ ਮੈਂ ਆ, ਇਹਦੇ ਵਿੱਚੋਂ ਗਈ ਨਹੀਂ। ਮਾੜਾ ਜਿਹਾ ਪੁੱਛ ਕੇ ਵੇਖ ਲਓ, ਪਹਿਲੀ ਗੱਲ ਹੀ ਮੈਂ ਤੋਂ ਚਾਲੂ ਕਰਦਾ, ਕਿਤੇ ਇਹਦੇ ਮੂੰਹ ਚੋਂ ਨਹੀਂ ਨਿਕਲਦਾ। ਸਤਿਗੁਰ ਨੇ ਕਿਰਪਾ ਕੀਤੀ ਹੈ, ਸਤਿਗੁਰ ਜੀ ਰਹਿਮਤ ਕਰਨ ਤਾਂ ਹੀ ਹੋਵੇਗਾ। ਹਰ ਵਕਤ ਆਪਣੀ ਮੈਂ ਤੋਂ ਗੱਲ ਚਾਲੂ ਕਰਦਾ ਹੈ, ਤੇ ਜਦ ਤੱਕ ਇਹਦੇ ਜੀਵਨ ਵਿੱਚ ਮੈਂ ਕਰਨ ਦੀ ਆਦਤ ਆ ਨਾ, ਇਹ ਗੁਰੂ ਦੇ ਨੇੜੇ ਨਹੀਂ ਜਾ ਸਕਦਾ। ਹਉਮੈ ਵਿੱਚੋਂ ਨਾ ਜਾਏ। ਅਧਿਆਤਮ ਕਰਮ ਜੇ ਕਰੇ, ਨਾਮ ਨ ਕਬਹੀ ਪਾਏ। ਅਧਿਆਤਮ ਕਰਮ, ਆਤਮਿਕ ਸੰਬੰਧੀ ਧਾਰਮਿਕ ਕਰਮ। ਸਭ ਕਹਿੰਦੇ ਜੇ ਮਨੁੱਖ ਆਤਮਿਕ ਉન્નਤੀ ਲਈ, ਆਤਮਾ ਦੀ ਮਜ਼ਬੂਤੀ ਲਈ, ਜੇ ਬਾਹਰ ਦੇ ਧਾਰਮਿਕ ਮਿਥੇ ਹੋਏ ਧਾਰਮਿਕ ਕਰਮ ਕਾਂਡ ਕਰਨ ਲੱਗ ਪਵੇ। ਹੁਣ ਬੜਾ ਧਿਆਨ ਦੇਣਾ, ਬੜੀ ਪਿਆਰੀ ਵਿਚਾਰ ਗੁਰੂ ਅਮਰਦਾਸ ਸਾਹਿਬ ਜੀ ਸਮਝਾ ਰਹੇ। ਸਭ ਕਹਿੰਦੇ ਬਾਹਰ ਦੇ ਧਾਰਮਿਕ ਕਰਮ ਕਾਂਡ ਕਰੇ। ਕਿਸੇ ਗ੍ਰੰਥੀ ਸਿੰਘ ਨੂੰ ਪੁੱਛ ਲਿਆ, ਭਾਈ ਸਾਹਿਬ ਜੀ ਮੇਰੇ ਜੀਵਨ ਦੇ ਵਿੱਚ ਨਾ ਬੜੀ ਦੁੱਖ ਆ, ਤੇ ਮੇਰੇ ਵਰਗਾ ਗ੍ਰੰਥੀ ਸਿੰਘ ਕਹਿੰਦਾ ਫਿਰ ਅਖੰਡ ਪਾਠ ਕਰਾ ਲਓ, ਇੱਕ ਅਖੰਡ ਪਾਠ ਕਰਾ ਲਓ, ਤੁਹਾਡੇ ਘਰ ਦੇ ਵਿੱਚੋਂ ਇਹ ਸਾਰੀਆਂ ਜਿਹੜੀਆਂ ਬੁਰੀਆਂ ਹਵਾਵਾਂ ਚਲ ਜਾਣਗੀਆਂ। ਹੁਣ ਉਹ ਜਿਹਾ ਗ੍ਰੰਥੀ ਸਿੰਘ ਵੱਡੀਏ ਹੱਥ ਦਲਾਲ ਕੇ ਵਾਲੀ ਗੱਲ ਆ। ਮੈਨੂੰ ਆਪ ਨੂੰ ਸਮਝ ਨਹੀਂ ਕਿ ਵੀ ਮੈਂ ਉਹਨੂੰ ਕਿਵੇਂ, ਕਿਉਂਕਿ ਮੈਂ ਉਹ ਵੈਦ ਆ ਜਿਹਨੇ ਖੁਦ ਹਜੇ ਤੱਕ ਡਾਕਟਰੀ ਪੂਰੀ ਨਹੀਂ ਕੀਤੀ, ਜਿਹਨੂੰ ਪਤਾ ਹੀ ਕੁਝ ਨਹੀਂ। ਹੁਣ ਉਹਨੇ ਕੀ ਕੀਤਾ? ਮਨੁੱਖ ਦੇ ਅੰਦਰ ਕਰਮ ਕਾਂਡ ਪੈਦਾ ਕਰ ਦਿੱਤਾ। ਤੁਸੀਂ ਦੇਖੋ ਕਈ ਡੇਰੇਦਾਰ ਖੀਰਾਂ ਬਣਾ ਕੇ ਅੱਜ ਖਵਾਈ ਜਾਂਦੇ ਨੇ। ਇਸ ਖੀਰ ਦੇ ਨਾਲ ਆਹ ਮਿਲ ਗਿਆ ਜੀ, ਉਹ ਮਿਲ ਗਿਆ ਜੀ। ਕੋਈ ਸੇਬ ਫੜਾਈ ਜਾਂਦਾ ਹੈ, ਕਾਹਦੇ ਵਾਸਤੇ? ਕਿਉਂਕਿ ਅਸੀਂ ਅਗਿਆਨਤਾ ਦੇ ਅਧੀਨ ਆ। ਸਤਿਗੁਰੂ ਗੁਰੂ ਗਿਆਨ ਸਰੂਪ ਗੁਰੂ ਸ਼ਬਦ ਨੂੰ ਛੱਡ ਕੇ ਇਹਨਾਂ ਪਖੰਡੀਆਂ ਡੱਬੀਆਂ ਦੇ ਪਿੱਛੇ ਤੁਰੇ ਫਿਰਦੇ ਆ। ਆਤਮਾ ਦੁਖੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਆਤਮਾ ਦੁਖੀ ਕਿਉਂ ਹੈ? ਕਿਉਂਕਿ ਆਤਮਾ ਨੂੰ ਸਹੀ ਖੁਰਾਕ ਨਹੀਂ ਮਿਲ ਰਹੀ। ਹੁਣ ਪੇਟ ਦੇ ਵਿੱਚ ਭੁੱਖ ਲੱਗੀ ਹੋਵੇਗੀ, ਕਈ ਵਾਰੀ ਢਿੱਡ ਪੀੜ ਹੋਣ ਲੱਗ ਪੈਂਦੀ ਹੈ, ਤੇ ਮਨੁੱਖ ਇਹਨੂੰ ਹੋਰ ਦਵਾਈਆਂ ਦੇਈ ਫਿਰੇ। ਕੋਈ ਆਖੇ ਲੈ ਆ ਢਿੱਡ ਪੀੜ ਦੀ ਗੋਲੀ ਖਾ ਲਾ, ਕੋਈ ਆਖੇ ਭਾਈ ਆਹ ਖਾ ਲਾ, ਕੋਈ ਆਖੇ ਆ ਪਾਣੀ ਘੋਲ ਕੇ ਵਿੱਚ ਪੁਦੀਨਾ ਪਾ ਕੇ ਨਿੰਬੂ ਪਾ ਕੇ ਪੀ ਲਾ, ਤਾਂ ਵੀ ਢਿੱਡ ਪੀੜ ਨਹੀਂ ਠੀਕ ਹੋਈ। ਹੁਣ ਸਿਆਣੇ ਵੈਦਿਕ ਹੋ ਗਿਆ, ਉਹ ਪੁੱਛਦਾ ਕੁਝ ਸਵੇਰ ਦਾ ਖਾਦਾ ਹੈ? ਕਹਿੰਦਾ ਨਹੀਂ ਜੀ ਕੁਝ ਨਹੀਂ ਖਾਦਾ। ਕਹਿੰਦਾ ਫਿਰ ਸਭ ਤੋਂ ਪਹਿਲਾਂ ਜਾ ਕੇ ਕੁਝ ਖਾ। ਹੁਣ ਜਿਵੇਂ ਹੀ ਪੇਟ ਦੇ ਵਿੱਚ ਕੁਝ ਗਿਆ, ਪੇਟ ਦੀ ਤ੍ਰਿਪਤੀ ਹੋ ਗਈ, ਪੇਟ ਦਰਦ ਮੁੱਕ ਗਿਆ। ਸਾਡੀ ਜ਼ਿੰਦਗੀ ਵੀ ਐਵੇਂ ਹੀ ਹੈ। ਸਾਡੀ ਪੀੜਾ ਆਤਮਾ ਦੀ ਕੁਝ ਹੋਰ ਹੈ, ਦਵਾਈਆਂ ਅਸੀਂ ਕੁਝ ਹੋਰ ਹੀ ਦੇਈ ਜਾ ਰਹੇ ਹਾਂ। ਆਤਮਾ ਦੀ ਪੀੜਾ ਅਖੰਡ ਪਾਠ ਕੀਤਿਆਂ ਨਹੀਂ ਪੂਰੀ ਹੋਣੀ, ਚੇਤਾ ਰੱਖਿਓ। ਆਤਮਾ ਦੀ ਪੀੜਾ ਲੰਗਰ ਲਾਇਆ ਨਹੀਂ ਪੂਰੀ ਹੋਣੀ। ਆਤਮਾ ਦੀ ਪੀੜਾ
ਕਿਸੇ ਸੁਖਮਨੀ ਸਾਹਿਬ ਦੇ ਪਾਠ ਕਰਾਇਆ ਨਹੀਂ ਪੂਰੀ ਹੋਣੀ। ਮਾਫ ਕਰਨਾ, ਮੈਂ ਕਰਾਉਣ ਦੀ ਗੱਲ ਕਰ ਰਿਹਾ, ਮੈਂ ਵਿਚਾਰਨ ਦੀ ਨਹੀਂ ਬਾਤ ਕਰ ਰਿਹਾ। ਇਹ ਬਾਹਰ ਦੇ ਕਰਮ ਆ। ਮੈਂ ਸੁਖਮਨੀ ਸਾਹਿਬ ਦਾ ਪਾਠ ਗਿਆਨੀ ਜੀ ਨੇ ਕਰ ਲਿਆ 1 ਘੰਟੇ ਬਹਿ ਕੇ, ਮੈਂ ਕੀ ਕੀਤਾ ਉਹਦੇ ਵਿੱਚ? ਗਿਆਨੀ ਜੀ ਨੇ ਕਰਕੇ ਸੁਣਾ ਲਿਆ, ਲੰਗਰ ਲਾ ਲਿਆ, ਛਕ ਲਿਆ, ਘਰ ਚਲੇ ਗਏ। ਹੁਣ ਢਿੱਡ ਪੀੜ ਤੇ ਫਿਰ ਉਨੀ, ਆਤਮਾ ਤੇ ਉਨੀ ਪੀੜਾ 'ਚ ਹੈ, ਕਿਉਂਕਿ ਸੁਖਮਨੀ ਸਾਹਿਬ ਦੇ ਉਪਦੇਸ਼ ਜੀਵਨ ਦੇ ਵਿੱਚ ਨਹੀਂ ਵਸਾਏ। ਪੜ੍ਹਿਆ ਤੇ ਹੈ, ਇਹ ਨਹੀਂ ਵਸਾਇਆ। ਛੱਤੀ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਏ। ਆਹ ਗੱਲ ਨਹੀਂ ਨੇੜੇ ਲਿਆਂਦੀ। ਇਸੇ ਕਰਕੇ ਦੁਖੀ ਆ, ਇਸੇ ਕਰਕੇ ਪਰੇਸ਼ਾਨ ਆ। ਆਤਮਾ ਨਿਤ ਵਿਚਲਿਤ ਹੈ, ਕਿਉਂਕਿ ਬਾਹਰ ਦੇ ਅਧਿਆਤਮ ਕਰਮ ਕੀਤੇ ਜਾ ਰਹੇ ਨੇ। ਬੜੇ ਅਖੰਡ ਪਾਠ ਗੁਰਦੁਆਰਿਆਂ 'ਚ ਹੋ ਰਹੇ ਨੇ, ਇਕੋਤਰੀਆਂ ਚੱਲ ਪਈਆਂ ਨੇ, ਸੰਪਟ ਪਾਠ ਚੱਲ ਪਏ ਨੇ। ਆ ਇੱਕ ਨਵੇਂ ਚੁਪਹਿਰੇ ਦੁਪਹਿਰੇ ਪਤਾ ਨਹੀਂ ਕੀ ਕੁਝ ਚੱਲ ਪਿਆ। ਸਿੱਧਾ ਜਿਹਾ ਮਾਰਗ ਸੀ, ਬਿਲਕੁਲ ਸਟ੍ਰੇਟ ਰਸਤਾ ਗੁਰੂ ਨਾਨਕ ਦਾ, ਜਿਹਦੇ ਵਿੱਚ ਕੋਈ ਚੁਪਹਿਰੇ ਦੁਪਹਿਰੇ, ਕੋਈ ਇਕੋਤਰੀਆਂ, ਕੋਈ ਸੰਪਟ ਪਾਠ, ਕੋਈ ਇਹੋ ਜਿਹੀਆਂ ਬਾਤਾਂ ਨਹੀਂ ਸਨ। ਪਰ ਕਮਾਲ ਦੀ ਗੱਲ ਹੈ, ਇਸ ਤਰੀਕੇ ਨਾਲ, ਕਿਉਂਕਿ ਅਸੀਂ ਰੋਗੀ ਸਾਂ, ਸਾਡੀ ਰੋਗ ਦੀ ਸਾਨੂੰ ਸਮਝ ਨਹੀਂ ਸੀ। ਅਸੀਂ ਸੋਚਿਆ ਸ਼ਾਇਦ ਇਹ ਟ੍ਰੀਟਮੈਂਟ ਆ ਜਿਹੜੇ ਆਪਣੇ ਆਪ ਨੂੰ ਧਰਮ ਦਾ ਬਾਣਾ ਪਾ ਕੇ ਬੈਠੇ ਨੇ ਇਹ ਕਰਾ ਦੇਣਗੇ, ਪਰ ਉਹ ਸਾਡੇ ਰੋਗ ਨੂੰ ਇਮੋਸ਼ਨਲੀ ਤੌਰ ਦੇ ਉੱਤੇ ਖਰੀਦਣ ਵਾਲੇ ਡਾਕਟਰ ਸਨ। ਇੱਕ ਜਿਵੇਂ ਡਾਕਟਰ ਆ ਨਾ, ਤੁਸੀਂ ਜਾਓ ਜਾ ਕੇ ਉਹਨੂੰ ਆਖੋ ਵੀ ਭਾਈ ਮੈਨੂੰ ਨਾ ਚੱਕਰ ਜੇ ਆਉਂਦੇ ਨੇ, ਉਹ ਕਹਿੰਦਾ ਜਾਓ ਪਹਿਲਾਂ ਤੇ ਆਹ ਜਿਹੜੇ ਟੈਸਟ ਕਰਾ ਕੇ ਆਓ। 15-20 ਟੈਸਟ ਲਿਖਾ ਦਿੰਦਾ ਜਿਹਦੇ ਵਿੱਚ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ। ਉਹਨਾਂ ਟੈਸਟਾਂ ਦੇ ਵਿੱਚ ਕੁਝ ਵੀ ਨਹੀਂ ਸ਼ੋ ਹੁੰਦਾ। ਪਰ ਸਾਡੇ ਅੰਦਰ ਇੱਕ ਵਹਿਮ ਆ, ਜਦ ਤੱਕ ਉਹ ਟੈਸਟ ਨਹੀਂ ਆਉਂਦੇ ਸਾਡੇ ਅੰਦਰ ਇੱਕ ਡਰ ਹੁੰਦਾ। ਅਸੀਂ ਡਰ ਦੇ ਮਾਰੇ ਸਾਰੇ ਟੈਸਟ ਕਰਾ ਲੈਂਦੇ ਹਾਂ। ਹੁਣ ਜਦੋਂ ਉਹਦੇ ਵਿੱਚ ਟੈਸਟਾਂ 'ਚ ਆਇਆ ਕੁਝ ਨਹੀਂ, ਪਰ ਅਸੀਂ ਕਦੀ ਡਾਕਟਰ ਨੂੰ ਕੁਐਸਚਨ ਕੀਤਾ ਭਾਈ ਤੂੰ ਆ 15-20 ਟੈਸਟ ਕਿਸ ਵਿਹਾਰ ਤੇ ਕਰਾਏ? ਕਿਉਂਕਿ ਡਾਕਟਰ ਨੇ ਧੰਦਾ। ਇਵੇਂ ਹੀ ਅਸੀਂ ਜਿਹੜੇ ਅੱਜ ਉਹਨਾਂ ਪਖੰਡੀਆਂ ਦੰਭੀਆਂ ਦੇ ਚੱਕਰਾਂ 'ਚ ਫਸ ਗਏ ਹਾਂ ਜਿਨ੍ਹਾਂ ਨੇ ਸਾਨੂੰ ਰੱਜ ਕੇ ਲੁੱਟਿਆ। ਕਿਉਂਕਿ ਸਾਡੀ ਆਤਮਾ ਦੀ ਤ੍ਰਿਪਤੀ ਜਿਹੜੀ ਸੀ ਉਹਦੇ ਬਾਰੇ ਨਹੀਂ ਸਾਨੂੰ ਦੱਸਿਆ, ਸਾਨੂੰ ਹੋਰ ਬੰਨੇ ਲਾ ਦਿੱਤਾ। ਆ ਚੁਪਹਿਰੇ ਕਰਾ ਲਓ ਜੀ, ਦੁਪਹਿਰੇ ਇਕੋਤਰੀਆਂ ਕਰਾਓ ਜੀ, ਆ ਸੰਪਟ ਕਰਾ ਲਓ, ਤੁਹਾਡਾ ਬੱਚਾ ਤੁਹਾਡੇ ਕਹਿਣੇ 'ਚ ਲੱਗ ਜੂਗਾ। ਆ ਸੰਪਟ ਕਰਾ ਲਓ ਤੁਹਾਡੇ ਘਰ ਦੇ ਵਿੱਚ। ਉਹੀ ਜੋਤਸ਼ੀ ਜਿਹੜੇ ਉਪਾਅ ਦਿੰਦੇ ਨੇ, ਉਹੀ ਜੋਤਸ਼ੀ ਕਹਿੰਦੇ ਜੇ ਤੂੰ ਮੰਗਲੀਕ ਆ ਤੇ ਪਹਿਲਾਂ ਤੇਰਾ ਕੁੱਤੇ ਨਾਲ ਜਾਂ ਕਿਸੇ ਮੱਝ ਨਾਲ ਵਿਆਹ ਹੋਊਗਾ, ਪਹਿਲਾਂ ਉਹ ਮਰੂਗੀ ਫਿਰ ਤੂੰ ਦੂਜੇ ਨਾਲ ਕਰਾਏਗਾ। ਹੁਣ ਇਹੀ ਉਪਾਅ ਸਾਡੇ ਗੁਰੂ ਘਰਾਂ 'ਚ ਬੈਠੇ ਅੱਜ ਗ੍ਰੰਥੀ ਪ੍ਰਚਾਰਕ ਜਾਂ ਇਹ ਸਾਧ ਅਖੌਤੀ ਜਿਹੜੇ ਨੇ ਦੇਣ ਲੱਗ ਪਏ, ਕਿਉਂਕਿ ਗੁਰਬਾਣੀ ਦੀ ਐਕਚੁਅਲੀ ਆਤਮਾ ਦੀ ਖੁਰਾਕ ਨਹੀਂ ਦਿੱਤੀ, ਜਿੱਥੇ ਆ ਕੇ ਸਾਰੀ ਗੜਬੜ ਹੋਈ ਪਈ ਹੈ। ਹੁਣ ਆਤਮਾ ਅਖੰਡ ਪਾਠ ਕਰਾ ਕੇ ਵੀ ਦੁਖੀ ਹੈ। ਹੁਣ ਮੇਰੀ ਗੱਲ ਕਈਆਂ ਨੂੰ ਬੜੀ ਚੁਭਵੀਂ ਲੱਗਣੀ ਹੈ, ਪਰ ਮੈਂ ਬਿਆਨ ਕਰ ਰਿਹਾ, ਬੇਨਤੀ ਕਰ ਰਿਹਾ, ਧਿਆਨ ਦੇ ਕੇ ਮੇਰੀ ਗੱਲ ਸੁਣੋ। ਮੈਂ ਇਹ ਨਹੀਂ ਕਹਿ ਰਿਹਾ, ਮੈਂ ਅਖੰਡ ਪਾਠ ਹਰ ਇੱਕ ਉਸ ਚੀਜ਼ ਜਿਹੜੀ ਬਾਹਰ ਤੇ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਮੈਂ ਇਨਵੋਲਵ ਨਹੀਂ ਹਾਂ। ਕੀ ਇਮਾਨਦਾਰੀ ਨਾਲ ਦੱਸੋ ਕਿ 48 ਘੰਟੇ ਦੇ ਵਿੱਚ ਅਖੰਡ ਪਾਠ ਹੋ ਰਿਹਾ, ਕਿ ਉਹਦੇ ਵਿੱਚ ਅਸੀਂ ਇਨਵੋਲਵ ਹੁੰਨੇ ਆ? ਸਾਨੂੰ ਤੇ ਪਤਾ ਹੀ ਨਹੀਂ ਹੁੰਦਾ ਕਿਹੜੇ ਵੇਲੇ ਭਾਈ ਚੇਂਜ ਹੋ ਗਿਆ, ਕਿਹੜੇ ਵੇਲੇ ਨਵਾਂ ਭਾਈ ਆ ਗਿਆ, ਪਤਾ ਹੀ ਨਹੀਂ। ਕੀ ਮੈਂ ਉਸ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਕਦੀ ਆਪ ਇਨਵੋਲਵ ਹੋਇਆ ਜਿਹੜਾ ਮੈਂ ਗੁਰਦੁਆਰੇ 'ਚ ਕਰਾਇਆ? ਮੇਰਾ ਤੇ ਧਿਆਨ ਇਹਦੇ ਵਿੱਚ ਹੈ ਕਿ ਜਿਹੜਾ ਰਿਸ਼ਤੇਦਾਰ ਕਿਹੜਾ ਆਇਆ ਹੈ ਤੇ ਕਿਹੜਾ ਵਾਪਸ ਚਲਾ ਗਿਆ, ਕਿਤੇ ਕੋਈ ਨਾਰਾਜ਼ ਤੇ ਨਹੀਂ ਹੋ ਗਿਆ। ਹੁਣ ਆਤਮਾ ਤੇ ਪਾਠ ਕਰਾ ਕੇ ਵੀ ਦੁਖੀ ਹੈ। ਪਾਠ ਤੇ ਜ਼ਿੰਦਗੀ ਜੀਣ ਦੇਣ ਵਾਲਾ ਸੀ ਨਾ, ਬਾਣੀ ਤੇ ਜ਼ਿੰਦਗੀ ਦੀ ਘਾਟ ਘੜਨ ਵਾਲੀ ਹੈ, ਪਰ ਉਹਨੂੰ ਅਸੀਂ ਸੰਕਟ ਮੋਚਨ ਬਣਾ ਦਿੱਤਾ। ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ। ਸਭ ਕਹਿੰਦੇ ਜੇ ਮਨੁੱਖ ਆਤਮਿਕ ਉਨਤੀ ਸੰਬੰਧੀ ਅਜਿਹੇ ਬਣਾਏ ਆਪਣੇ ਮਿਥੇ ਹੋਏ ਧਾਰਮਿਕ ਪਖੰਡ ਕਰਦਾ ਫਿਰੇ, ਤੇ ਚੇਤਾ ਰੱਖਿਓ ਕਦੀ ਵੀ ਉਹ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦਾ। ਕਦੀ ਵੀ ਪ੍ਰਮਾਤਮਾ ਦੇ ਹੁਕਮ ਤੇ ਜਦ ਤੱਕ ਨਹੀਂ ਤੁਰਦਾ, ਉਹਦੀ ਰਜ਼ਾ ਤੇ ਭਾਣੇ 'ਚ ਨਹੀਂ ਤੁਰਦਾ, ਉਹਦੀਆਂ ਖੁਸ਼ੀਆਂ ਨਹੀਂ ਲੈ ਸਕਦਾ, ਭਾਵੇਂ ਬਾਹਰ ਦੇ ਜਿੰਨੇ ਮਰਜ਼ੀ ਕਰਮਕਾਂਡ ਕਰਦਾ ਫਿਰੇ। ਗੁਰ ਕੈ ਸ਼ਬਦ ਜੀਵਤ ਮਰੈ। ਆਹ ਦੇਖੋ ਕਿੰਨੀ ਪਿਆਰੀ ਜੁਗਤੀ। ਅਸੀਂ ਗੁਰਬਾਣੀ ਤੋਂ ਪੁੱਛ ਕੇ ਤੁਰਨਾ ਹੈ। ਤੇ ਦੇਖੋ ਸਤਿਗੁਰੂ ਜੀ ਕਿਵੇਂ ਇੱਕ ਸੱਚੇ ਵੈਦ ਬਣ ਕੇ ਸਾਨੂੰ ਟ੍ਰੀਟਮੈਂਟ ਦੱਸ ਰਹੇ ਨੇ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਕਹਿੰਦੇ ਜਿਹੜਾ ਜੀਵਤ ਮਰੈ, ਗੁਰ ਕੈ ਸ਼ਬਦ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹਾਇਤਾ ਦੇ ਨਾਲ, ਗੁਰੂ ਕੈ ਸ਼ਬਦ, ਗੁਰੂ ਦੇ ਸ਼ਬਦ ਦੀ ਸਹਾਇਤਾ ਦੇ ਨਾਲ ਜੀਵਤ ਮਰੈ,
ਜਿਉਂਦਿਆਂ ਜੀ ਆਪਣੇ ਆਪ ਨੂੰ ਮਾਰ ਦਵੇ। ਕਿਵੇਂ ਜਿਉਂਦਿਆਂ ਜੀ ਮਾਰੇ ਭਾਈ? ਸੁਖਮਨੀ ਸਾਹਿਬ ਵੱਲ ਆ ਜਾਈਏ ਹੁਣ, ਜਿਹਦੇ ਵਿੱਚ ਸਾਹਿਬ ਕਹਿੰਦੇ, ਤੈਸਾ ਹਰਖ ਤੈਸਾ ਉਸ ਸੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ। ਗੱਲ ਕੀ, ਜਿੱਥੇ ਜੀਵਨ ਦੇ ਵਿੱਚ ਆਤਮਿਕ ਤੌਰ ਦੇ ਉੱਤੇ ਮਜ਼ਬੂਤੀ ਆ ਗਈ ਹੈ ਤੇ ਮਨੁੱਖ ਨੇ ਆਪਣੇ ਆਪ ਨੂੰ ਵਿਕਾਰਾਂ ਤੋਂ ਪਰੇ ਕਰ ਲਿਆ ਹੈ, ਅਹੰਕਾਰ ਨੂੰ ਜੀਵਨ ਚੋਂ ਮਾਰ ਦਿੱਤਾ ਹੈ। ਇਹਨੂੰ ਕਹਿੰਦੇ ਜਿਉਂਦਿਆਂ ਜੀ ਮੁਕਤ ਹੋਣਾ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੇ ਮਨ ਆਏ। ਸਾਹਿਬ ਕਹਿੰਦੇ ਜਿਹੜਾ ਮਨੁੱਖ ਗੁਰੂ ਜੀ ਦੇ ਸ਼ਬਦ ਦੀ ਸਹਾਇਤਾ ਦੇ ਨਾਲ ਦੁਨੀਆ ਦੀ ਕਿਰਤਕਾਰ ਕਰਦਾ, ਧਿਆਨ ਦੇਣਾ, ਦੁਨੀਆ ਦੀ ਕਿਰਤਕਾਰ ਕਰਦਾ, ਆਪਣੇ ਕਾਰੋਬਾਰ ਨੂੰ ਨਿਭਾਉਂਦਿਆਂ ਹੋਇਆਂ, ਬੱਚਿਆਂ ਦੀ ਪਰਵਰਿਸ਼ ਕਰਦਿਆਂ, ਮਾਤਾ ਪਿਤਾ ਦੀ ਸੇਵਾ ਕਰਦਿਆਂ, ਸੰਸਾਰਿਕ ਸੇਵਾਵਾਂ ਨਿਭਾਉਂਦਿਆਂ, ਸੱਚੀ ਸੁੱਚੀ ਇਮਾਨਦਾਰੀ ਦੀ ਧਰਮ ਦੀ ਕਿਰਤ ਕਰਦਿਆਂ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ, ਫਿਰ ਕੀ ਹੁੰਦਾ ਹੈ? ਹਰ ਨਾਮ ਵਸੈ ਮਨ ਆਏ। ਉਸ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ, ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ ਆ ਵਸਦਾ ਹੈ। ਸੁਨ ਮਨ ਮੇਰੇ ਭਜ ਸਤਿਗੁਰ ਸ਼ਰਣਾ। ਇਸੇ ਕਰਕੇ ਹੇ ਮੇਰੇ ਮਨ, ਫਿਰ ਇਹ ਗੱਲ ਧਿਆਨ ਨਾਲ ਸੁਣ, ਸਤਿਗੁਰੂ ਦੀ ਸ਼ਰਨ ਵਿੱਚ ਪੈ। ਗੁਰ ਪ੍ਰਸਾਦੀ ਛੁੱਟੀ ਹੈ, ਬਿਖ ਭਵ ਜਲ ਸ਼ਬਦ ਗੁਰੂ ਤਰਣਾ। ਇਸੇ ਕਰਕੇ ਹੇ ਮੇਰੇ ਵੀਰ, ਜੇ ਇਸ ਮਾਇਆ ਦੇ ਪ੍ਰਭਾਵ ਤੋਂ ਤੂੰ ਬਚਣਾ ਚਾਹੁੰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਬਚਿਆ ਜਾ ਸਕਦਾ ਹੈ। ਇਹ ਜ਼ਹਿਰ ਭਰਿਆ ਸੰਸਾਰ ਸਮੁੰਦਰ ਗੁਰੂ ਜੀ ਦੇ ਸ਼ਬਦ ਦੇ ਰਾਹੀਂ ਤਰਿਆ ਜਾ ਸਕਦਾ ਹੈ। ਰਹਾਉ ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਕਹਿੰਦੇ ਤ੍ਰੈ ਗੁਣ ਦਾ ਅਰਥ ਹੈ ਤਿੰਨ ਗੁਣ। ਮਾਇਆ ਦੇ ਤਿੰਨ ਗੁਣ ਨੇ, ਰਜੋ ਤਮੋ ਸਤੋ। ਮਨੁੱਖ ਦੀ ਜ਼ਿੰਦਗੀ ਇਹਦੇ ਦੁਆਲੇ ਘੁੰਮਦੀ ਹੈ। ਰਜੋ ਦਾ ਅਰਥ ਹੈ ਮਾਇਕ ਪਦਾਰਥਾਂ ਦੇ ਵਿੱਚ ਮਜ਼ਬੂਤ ਹੋਣਾ, ਤਮੋ ਦਾ ਅਰਥ ਹੈ ਤ੍ਰਿਸ਼ਨਾ ਦੀਆਂ ਬਿਰਤੀਆਂ ਉਪਜਣੀਆਂ, ਤੇ ਸਤੋ ਦਾ ਅਰਥ ਹੈ ਮੁਕਤ, ਮੋਕਸ਼ ਦੀ ਪ੍ਰਾਪਤੀ ਕਰਨੀ। ਇਹਨਾਂ ਤਿੰਨਾਂ ਦੇ ਵਿੱਚ ਹੀ ਸਾਰਾ ਦੁਨੀਆ ਭਰਮ ਜਾਲ 'ਚ ਫਸੀ ਹੈ। ਇਹਦੇ ਉੱਪਰ ਹੀ ਸਨਾਤਨ ਮਤ ਨੇ ਬੜੀ ਵੱਡੀਆਂ ਵਿਚਾਰਾਂ ਕੀਤੀਆਂ ਨੇ। ਤ੍ਰੈ ਗੁਣ ਸਭਾ ਧਾਤ ਹੈ। ਸਾਹਿਬ ਕਹਿੰਦੇ ਸਾਰਾ ਜੀਵਨ ਇਹਨਾਂ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਇਹ ਮਨੁੱਖ ਆਪਣੇ ਸਾਰੀ ਜ਼ਿੰਦਗੀ ਮਾਇਆ ਦੇ ਪ੍ਰਭਾਵ ਹੇਠਾਂ ਹੀ ਕੰਮ ਕਰ ਰਿਹਾ ਹੈ। ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨੇ। ਤ੍ਰੈ ਗੁਣ ਸਭਾ ਧਾਤ ਹੈ। ਧਾਤ ਦਾ ਅਰਥ ਹੈ ਮਾਇਆ, ਮਾਇਆ ਨਿਚੋੜ। ਸਾਹਿਬ ਕਹਿੰਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ। ਜਿਤਨੇ ਵੀ ਕੰਮ ਕਰਨੇ ਆ, ਮਨੁੱਖ ਨੇ ਇਸ ਤਿੰਨਾਂ ਗੁਣਾਂ ਦੇ ਅਧੀਨ ਰਹਿੰਦਾ ਹੈ। ਜਾਂ ਤਾਂ ਉਹਦਾ ਸਵਾਰਥ ਰਹਿੰਦਾ ਹੈ ਵੀ ਮੈਂ ਦੁਨੀਆ ਦੇ ਵਿੱਚ ਕਿਵੇਂ ਰਾਜ ਭਾਗ ਦੀ ਪ੍ਰਾਪਤੀ ਕਰ ਲਵਾਂ, ਜਾਂ ਉਹਦੀਆਂ ਸੰਸਾਰੀ ਤ੍ਰਿਸ਼ਨਾਵਾਂ ਨੇ, ਤੇ ਜੇ ਉਹ ਧਰਮ ਦੇ ਰਸਤੇ ਤੁਰ ਰਿਹਾ, ਜਾਂ ਮੋਕਸ਼ ਦੀ ਪ੍ਰਾਪਤੀ ਵਾਸਤੇ ਕਿ ਮੈਂ ਮੁਕਤ ਹੋ ਜਾਵਾਂ ਕਿਸੇ ਤਰੀਕੇ ਨਾਲ, ਇਹ ਆਵਾਗਮਨ ਦੇ ਚੱਕਰ ਤੋਂ ਪਰੇ ਹੋ ਜਾਵਾਂ। ਤੋ ਸਾਹਿਬ ਕਹਿੰਦੇ ਇਹ ਤਿੰਨੇ ਗੁਣਾਂ ਦੇ ਅਧੀਨ ਰਹਿ ਕੇ ਮਾਇਆ ਦੇ ਪ੍ਰਭਾਵ ਹੇਠਾਂ ਹੀ ਕੰਮ ਕਰਦਾ ਹੈ। ਭਾਉ ਵਿਕਾਰ ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਦੂਜਾ ਭਾਉ ਸ਼ਬਦ ਬਕਾਇਦਾ ਗੁਰੂ ਸਾਹਿਬ ਨੇ ਲਿਖਿਆ। ਪਹਿਲਾ ਭਾਉ ਹੈ ਪ੍ਰਮਾਤਮਾ ਦਾ ਪ੍ਰੇਮ, ਦੂਜਾ ਭਾਉ ਪ੍ਰਮਾਤਮਾ ਤੋਂ ਬਿਨਾਂ ਬਾਕੀ ਜਿੰਨੇ ਪਿਆਰ ਨੇ। ਸਾਹਿਬ ਕਹਿੰਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਇਹ ਮਨੁੱਖ ਮਾਇਆ ਦੇ ਪ੍ਰਭਾਵ ਹੇਠਾਂ ਸਾਰੇ ਕੰਮ ਕਰਦਾ ਹੈ, ਤੇ ਮਾਇਆ ਦਾ ਪਿਆਰ ਮਨ ਵਿੱਚ ਵਿਕਾਰ ਹੀ ਪੈਦਾ ਕਰਦਾ ਹੈ। ਜਦੋਂ ਮਾਇਆ ਦੇ ਨਾਲ ਮਨੁੱਖ ਦੀਆਂ ਬਿਰਤੀਆਂ ਜੁੜਦੀਆਂ ਨੇ ਤੇ ਮਾਇਆ ਦਾ ਪੂਰਾ ਪਰਿਵਾਰ ਆ ਕੇ ਇਸ ਹਿਰਦੇ ਘਰ ਵਿੱਚ ਬਹਿ ਜਾਂਦਾ ਹੈ, ਜੋ ਤਰਥਲੀ ਮਚਾ ਦਿੰਦਾ ਹੈ। ਜਦੋਂ ਇਸ ਕੰਮਾਂ ਦੇ ਉੱਤੇ ਕਾਬਜ ਹੋ ਕੇ ਬਾਬਾ ਕਬੀਰ ਜੀ ਨੇ ਬੜੀ ਵੱਡੀ ਫੌਜ ਲਿਖੀ ਹੈ ਇਹਦੀ। ਕਹਿੰਦੇ ਕਿਉਂ ਲੀਜੈ ਗੱਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, 5 25 ਮੋਹ ਮਦ ਮਤਸਰ, ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਾਹੋਂ ਕਰੋ ਰਗਰਾਇਆ। ਫਿਰ ਉਹਨਾਂ ਨੇ ਅੱਗੇ ਦਾ ਪਰਿਵਾਰ ਖਿੱਚਿਆ। ਕਾਮ ਕੀ ਵਾਰੀ ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਦਾਨ ਮਹਾ ਬੜ ਦੁੰਦਰ, ਤੈ ਮਨ ਮਾ ਵਾਸੀ ਰਾਜਾ। ਕਹਿੰਦੇ ਮਨ ਰੂਪੀ ਰਾਜਾ
ਮੱਸਾ ਰੰਗੜ ਬਣ ਕੇ ਬੈਠਾ ਹੈ। ਆਸਾ ਤੇ ਤ੍ਰਿਸ਼ਨਾ ਦੀਆਂ ਨਾਚ ਹੋ ਰਿਹਾ ਇਸ ਘਰ ਦੇ ਵਿੱਚ। ਕਾਮ ਕ੍ਰੋਧ ਆਪੋ ਆਪਣੀਆਂ ਫੌਜਾਂ ਲੈ ਕੇ ਬੈਠੇ ਨੇ। ਨਿਤ ਨਸ਼ਿਆਂ ਦੀਆਂ ਅੰਦਰ ਦੌਰ ਚੱਲ ਰਹੇ ਹਨ। ਗੰਦੇ ਵਿਚਾਰ, ਗੰਦੀਆਂ ਕਾਮਨਾਵਾਂ, ਗੰਦੇ ਖਿਆਲ ਨਿਤ ਉਪਜ ਰਹੇ ਹਨ। ਗੱਲ ਕੀ ਇਹ ਮਾਇਆ ਦਾ ਅਧੀਨ ਤ੍ਰੈ ਗੁਣ ਸਭਾ ਧਾਤ ਹੈ। ਇਹ ਜਿੰਨੇ ਵੀ ਕੰਮ ਕੀਤੇ ਜਾ ਰਹੇ ਨੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਮਾਇਆ ਦੇ ਪ੍ਰਭਾਵ ਹੇਠ ਕੀਤੇ ਜਾ ਰਹੇ ਨੇ। ਦੂਜਾ ਭਾਵ ਵਿਕਾਰ। ਤੇ ਸਭ ਕਹਿੰਦੇ ਜਿੱਥੇ ਪ੍ਰਮਾਤਮਾ ਦੀ ਗੱਲ ਹੀ ਕੋਈ ਨਹੀਂ, ਪ੍ਰਮਾਤਮਾ ਨਾਲ ਪ੍ਰੇਮ ਹੀ ਕੋਈ ਨਹੀਂ, ਉੱਥੇ ਤੇ ਵਿਕਾਰ ਆਉਣਗੇ ਹੀ ਆਉਣਗੇ, ਉੱਥੇ ਤੇ ਗੰਦਗੀ ਹੋਵੇਗੀ ਹੋਵੇਗੀ। ਪੰਡਤ ਪੜੈ ਬੰਧਨ ਮੋਹ ਬਾਧਾ, ਨੈ ਬੂਝੈ ਵਿਖਿਆ ਪਿਆਰ। ਸਭ ਕਹਿੰਦੇ ਸੋਚਿਆ ਸੀ ਕਿ ਜਿਹੜੇ ਪੰਡਤ ਮਨੁੱਖ ਨੇ, ਪੰਡਤ ਦਾ ਅਰਥ ਹੈ ਵਿਦਵਾਨ, ਜਿਹਨੂੰ ਸਮਝ ਆ ਗਈ ਹੈ ਕਿ ਭਾਈ ਆ ਝੂਠ ਆ ਤੇ ਇਹ ਸੱਚ ਆ, ਤੇ ਸਭ ਕਹਿੰਦੇ ਸਮਝਿਆ ਵੀ ਇਹਨਾਂ ਨੂੰ ਗਿਆਨ ਆ ਗਿਆ ਹੈ, ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਲੋਕਾਂ ਨੂੰ ਸਹੀ ਰਸਤਾ ਵਿਖਾਉਣਗੇ। ਪਰ ਕਹਿੰਦੇ ਇਹ ਵੀ ਚੁੱਪ ਹੋ ਗਏ। ਜਿਵੇਂ ਜਿਵੇਂ ਇਹ ਗਿਆਨਵਾਨ ਬਣੇ ਉਨੇ ਇਹ ਲਾਲਚੀ ਹੁੰਦੇ ਗਏ, ਉਨੇ ਇਹ ਸਵਾਰਥੀ ਹੁੰਦੇ ਗਏ। ਇਮਾਨਦਾਰੀ ਨਾਲ ਆਪਣੀ ਜੀਵਨ ਝਾਤੀ ਮਾਰਿਓ ਕਿ ਜਿਹੜਾ ਗੁਰੂ ਦੇ ਕੋਲ ਆ ਉਹਦੇ ਅੰਦਰ ਗੁਰੂ ਦਾ ਭੈ ਹੈਗਾ ਹੈ। ਜਿਹੜਾ ਨਿਤ ਗੁਰੂ ਦੀ ਸੇਵਾ ਕਰਦਾ ਹੈ, ਸਵੇਰੇ ਉੱਠ ਕੇ ਗੁਰੂ ਜੀ ਦਾ ਪ੍ਰਕਾਸ਼ ਕਰਦਾ ਹੈ, ਸ਼ਾਮ ਨੂੰ ਗੁਰੂ ਜੀ ਦਾ ਸੁਖਾਸਨ ਕਰਦਾ ਹੈ, ਨਿਤ ਗੁਰੂ ਜੀ ਦੇ, ਕੀ ਸਾਡੇ ਮਨ ਵਿੱਚ ਗੁਰੂ ਦਾ ਭੈ ਹੈ? ਜਿੰਨੀਆਂ ਸੰਗਤਾਂ ਸਾਡੇ ਤੇ ਭਰੋਸਾ ਕਰਕੇ ਆਉਂਦੀਆਂ ਨੇ, ਸਾਡੇ ਕੋਲੋਂ ਅਰਦਾਸ ਕਰਾਉਂਦੀਆਂ ਨੇ, ਗਿਆਨੀ ਜੀ ਸਾਡੇ ਵਾਸਤੇ ਅਰਦਾਸ ਕਰੋ, ਕਿ ਇਮਾਨਦਾਰੀ ਨਾਲ ਆਪਣੇ ਜੀਵਨ ਝਾਤੀ ਮਾਰ ਕੇ ਵੇਖੀਏ ਕਿ ਅਸੀਂ ਉਹਨਾਂ ਦੇ ਉਸ ਵਿਸ਼ਵਾਸ ਦਾ ਕਿਤੇ ਘਾਤ ਤੇ ਨਹੀਂ ਕਰ ਰਹੇ, ਕਿਤੇ ਚੰਦ ਕ ਮਾਇਆ ਵਾਸਤੇ ਅਸੀਂ ਲੁੱਟ ਤੇ ਨਹੀਂ ਰਹੇ, ਕਿਤੇ ਉਹਨਾਂ ਨੂੰ ਅਸੀਂ ਇਸ ਮਾਇਆ ਦੇ ਜਾਲ ਵਿੱਚ ਆਪਣਾ ਹਲਵਾ ਮੰਡਾ ਚਲਾਉਣ ਵਾਸਤੇ ਤੇ ਨਹੀਂ ਫਸਾ ਰਹੇ। ਇਹ ਵਿਚਾਰਿਓ ਜ਼ਰੂਰ। ਜੇ ਅਸੀਂ ਕਰ ਰਹੇ ਹਾਂ ਨਾ, ਫਿਰ ਅਸੀਂ ਪੰਡਤ ਨਹੀਂ ਗੇ, ਫਿਰ ਅਸੀਂ ਵਿਦਵਾਨ ਨਹੀਂ ਗੇ, ਸਮਝਦਾਰ ਨਹੀਂ ਗੇ, ਕਿਉਂਕਿ ਅਸੀਂ ਆਪਣੇ ਹੱਥੀਂ ਲੋਕਾਂ ਨੂੰ ਕੁਰਾਹੇ ਪਾ ਰਹੇ ਹਾਂ। ਤੋ ਸਭ ਕਹਿੰਦੇ ਮੈਂ ਸੋਚਿਆ ਕਿ ਇਹ ਤੇ ਵਿਦਵਾਨ ਆ, ਪੰਡਤ ਆ, ਸੂਝਵਾਨ ਆ, ਸਮਝਦਾਰ ਆ, ਇਹ ਤੇ ਲੋਕਾਂ ਨੂੰ ਸਿੱਧੇ ਰਾਹ ਪਾਊਗਾ। ਪਰ ਸਭ ਕਹਿੰਦੇ ਹੋਇਆ ਕਿ ਪੰਡਤ ਪੜੈ ਬੰਧਨ ਮੋਹ ਬਾਧਾ, ਨੈ ਬੂਝੈ ਵਿਖਿਆ ਪਿਆਰ। ਕਹਿੰਦੇ ਮਾਇਆ ਦੇ ਬੰਧਨਾਂ ਵਿੱਚ ਵੀ ਇਹ ਵੀ ਬੱਝਾ ਨਜ਼ਰ ਆਇਆ, ਇਹ ਵੀ ਮਾਇਆ ਦੇ ਬੰਧਨਾਂ ਵਿੱਚ ਹੀ, ਮੋਹ ਦੇ ਵਿੱਚ ਬੱਝਾ ਹੋਇਆ। ਇਹ ਧਾਰਮਿਕ ਪੁਸਤਕਾਂ ਪੜ੍ਹਦਾ ਤੇ ਨਜ਼ਰ ਆਇਆ, ਪਰ ਮਾਇਆ ਦੇ ਪਿਆਰ ਵਿੱਚ ਫਸਿਆ ਹੀ ਦਿਸਿਆ। ਧਾਰਮਿਕ ਅਖੰਡ ਪਾਠ ਕਰਕੇ ਲੋਕਾਂ ਨੂੰ ਦੱਸਣ ਵਾਲਾ 1-1 ਰੁਪਈਏ ਤੋਂ ਲੜਦਾ ਵੇਖਿਆ। ਕਥਾ ਕੀਰਤਨ ਸਟੇਜਾਂ ਤੇ ਸੁਣਾਉਣ ਵਾਲੇ 1-1 ਰੁਪਈਏ ਦੀ ਭੇਟਾ ਤੋਂ ਲੜਦੇ ਵੇਖੇ। ਲੋਕਾਂ ਨੂੰ ਧਰਮ ਦੇ ਉਪਦੇਸ਼ 1 ਘੰਟਾ ਪਹਿਲਾਂ ਦੇਣ ਵਾਲੇ 1 ਘੰਟੇ ਦੀ ਸਮਾਪਤੀ ਤੋਂ ਬਾਅਦਾਂ 1-1 ਰੁਪਈਏ ਵਾਸਤੇ ਇੱਕ ਦੂਜੇ ਨਾਲ ਲੜਦੇ ਵੇਖੇ। ਕਿਉਂਕਿ ਮਾਇਆ ਦਾ ਪ੍ਰਭਾਵ ਹੀ ਐਸਾ। ਵੱਡੀਆਂ ਵੱਡੀਆਂ ਧਰਮ ਦੇ ਉਪਦੇਸ਼ ਕਰਨ ਵਾਲੇ ਇਸ ਮਾਇਆ ਦੇ ਹੱਥ ਦੇ ਕਠਪੁਤਲੀਆਂ ਬਣ ਕੇ ਨੱਚਦੇ ਵੇਖੇ। ਪੰਡਤ ਪੜੈ ਬੰਧਨ ਮੋਹ ਬਾਧਾ, ਨੈ ਬੂਝੈ ਵਿਖਿਆ ਪਿਆਰ। ਮਾਇਆ ਦੇ ਬੰਧਨਾਂ ਵਿੱਚ, ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਇਹ ਪੰਡਤ ਗਿਆਨੀ ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪਰ ਮਾਇਆ ਦੇ ਪਿਆਰ ਵਿੱਚ ਫਸਿਆ ਰਹਿਣ ਕਰਕੇ ਜੀਵਨ ਦਾ ਸਹੀ ਰਸਤਾ ਨਾ ਆਪ ਸਮਝ ਪਾਉਂਦਾ ਹੈ, ਨਾ ਕਿਸੇ ਨੂੰ ਸਮਝਾ ਪਾਉਂਦਾ ਹੈ। ਸਤਿਗੁਰ ਮਿਲਿਐ ਤ੍ਰਿਕੁਟੀ ਛੁਟੈ, ਚੌਥੈ ਪਦ ਮੁਕਤ ਹੋਏ। ਸਤਿਗੁਰੂ ਮਿਲਿਐ, ਸਤਿਗੁਰੂ ਗਿਆਨ, ਗੁਰੂ ਸ਼ਬਦ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਦੀ ਬਾਣੀ ਨਾਲ ਜੀਵਨ ਜੁੜ ਜਾਵੇ ਤੇ ਸੱਚੇ ਗੁਰੂ ਦਾ ਗਿਆਨ ਜੀਵਨ ਵਿੱਚ ਵਸ ਜਾਵੇ, ਸਮਝ ਲੈਣਾ ਸੱਚਾ ਗੁਰੂ ਮਿਲ ਗਿਆ। ਤ੍ਰਿਕੁਟੀ ਛੁਟੈ, ਮੱਥੇ ਦੇ ਉੱਪਰ ਪਈਆਂ ਹੋਈਆਂ ਵਿਕਾਰਾਂ ਦੀਆਂ ਤਿਊੜੀਆਂ ਇਹ ਛੁੱਟ ਜਾਂਦੀਆਂ ਨੇ। ਚੌਥਾ ਪਦ ਕਿਹੜਾ? ਗਿਆਨ ਦਾ ਪਦ, ਸਮਝ ਦਾ ਪਦ, ਪਰਮਾਤਮਾ ਦੇ ਨਾਲ ਇਕਮਿਕ ਹੋਣ ਦੀ ਅਵਸਥਾ। ਹੁਣ ਉਸ ਸੱਚੀ ਸੁੱਚੀ ਅਵਸਥਾ ਤੇ ਗੁਰੂ ਦਾ ਸਿੱਖ ਪਹੁੰਚ ਜਾਂਦਾ ਹੈ ਜਦੋਂ ਸੱਚੇ ਗੁਰੂ ਗਿਆਨ, ਗੁਰੂ ਸ਼ਬਦ ਨਾਲ ਜੀਵਨ ਦੀ ਸਾਂਝ ਬਣ ਜਾਂਦੀ ਹੈ। ਸਤਿਗੁਰੂ ਮਿਲੀ ਹੈ, ਜਦੋਂ ਗੁਰੂ ਸ਼ਬਦ ਮਿਲਿਆ, ਤ੍ਰਿਕੁਟੀ ਛੁੱਟੇ। ਜਿਹੜੇ ਮੱਥੇ ਉੱਤੇ ਵਿਕਾਰਾਂ ਦੀਆਂ ਨਿਤ ਤਿਊੜੀਆਂ ਗੁੱਸੇ ਦੀਆਂ ਪਈਆਂ ਰਹਿੰਦੀਆਂ ਸੀ, ਉਹ ਛੁੱਟ ਗਈਆਂ। ਚੌਥੇ ਪਦ ਜੀਵਨ ਮੁਕਤ ਵਾਲਾ ਪਦ, ਪਰਮਾਤਮਾ ਨਾਲ ਇਕਮਿਕ ਹੋਣ ਵਾਲੀ ਅਵਸਥਾ ਉਹ ਪ੍ਰਾਪਤ ਹੋ ਗਈ ਤੇ ਜੀਵਨ ਦੇ ਵਿੱਚ ਮੁਕਤ ਦੁਆਰ, ਮੁਕਤੀ ਦਾ ਰਸਤਾ ਨਜ਼ਰ ਆਉਣ ਲੱਗ ਪਿਆ ਕਿ ਕਿਵੇਂ ਜੀਵਨ ਵਿੱਚ, ਸੰਸਾਰ ਵਿੱਚ ਰਹਿ ਕੇ ਸੱਚ ਦੇ ਰਸਤੇ ਤੇ ਤੁਰਿਆ ਜਾ ਸਕਦਾ ਹੈ, ਇਹਨਾਂ ਵਿਕਾਰਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ।
गुर ते मार्ग पाईऐ चुकै मोह गुबार। गुरु जी दे पासों जीवन का सही रस्ता लभ पैंदा है। गुर ते मार्ग पाईए, गुरु दे ज्ञान तो, गुरु जी की समझ तो, गुरु दे प्यार तो जिंदगी का सही रस्ता मिल जाता है। चुकै मोह गुबार, ते जीवन विचों मोह का जिहड़ा घुप अंधेरा पिया होया सी, जिथों रस्ता नज़र नहीं सी आ रहा, वो मोह का अंधेरा दूर हो जाता है। शब्द मरै तां उदरै पाए मोख द्वार। शब्द दद्दे नूं सिहारी है। गुरु दे शब्द दे राही मरै, अपने आप नूं विकारां दे मोह वल्लों मार दवे, तां उदरै, तां उधार हो सकदा है। पाए मोख द्वार, तां जीवन मुक्त दी निशानी मोक्ष की प्राप्ति हो सकती है। सब कहते जेड़ा मनुख गुरु जी दे शब्द विच जुड़ के माया दे मोह वल्लों अपनी विकारां दियां वासनावां नूं मार दिंदा है, तां वो संसार समुंदर विचों डुੱਬਣੋਂ बच जाता है ते जीवन नूं विच विकारां तो खलासी का दरवाजा उन्होंने लभ जाता है। गुर प्रसादी मिल रहा सच नाम करतार। फिर गुरु जी की किरपा दे नाल गुरप्रसादी मिल रहा है। गुरु जी की किरपा दे नाल ही मनुख सदा वास्ते परमात्मा दे गुणा रूपी चरनां दे विच जुड़िया रहिंदा है। सच नाम करतार, ते सदा अटल रहन वाला सच्चा परिपूर्ण परमात्मा उहदे अंग संग हाज़र नाज़र वसदा है, ते उसनूं फिर किसी दा भै, किसी दा डर उहदे जीवन च नहीं रहिंदा। आखिरी बंद है पावन शब्द दा, ए मनुआ अत सबल है छड्डे ना कितै उपाए। सबल का अर्थ है बलवान, किते उपाय का अर्थ है किसी उपाव दे राही भी। सब कहते ये मनुआ अत सबल है, कहते ये मन बड़ा बलवान है, ये बड़ा ताकतवर है, बड़ा जोरावर है। गुरु की शरण तो बिना होर किसी भी हीले नाल कुराए पैणों छड़दा नहीं। सतगुरु कहते जिन्ने मर्जी बाहर दे कर्म कांड कर ला, जो मर्जी किसी साध को जाके वेख ला, धागे तवी तंत्र मंत्र जंत्र जिन्ने करने ना रज के करके वेख ला, पर एक गल चेता रखी, ये मन इन्ना ताकतवर है जे इनू कोई नत्थ पा सकदा ना, वो गुरु शब्द ही पा सकता है। ये ऐसा हाथी है जिन्हों कोई अंकुश ला सकता ना, तो गुरु का ज्ञान ला सकता है, गुरु शब्द ला सकता है। ये मनुआ अत सबल है। सब कहते ये बहुत बलवान ते बड़ा तगड़ा है, जिहदे उत्ते मनुख दी चलदी कोई नहीं, पर यह होर किसी उपावां दे नाल नहीं वस आउणा, सिर्फ ते सिर्फ गुरु शब्द गुरु की मत ते चल के वस आ सकता है। दूजे भाए दुख लाएंदा बहुती दे सजाए। दूजे भाए का अर्थ है माया का प्रेम। पहला भाए है परमात्मा का प्रेम, दूजे भाए परछावें नाल प्रेम, माया नाल प्रेम। दुख लाएंदा, दुख मिलता है, बहुती दे सजाए, ते बड़ियां सजावां मिलदियां ने। सब कहते माया के प्यार विच फस के मनुख नूं दुख चंबड़े ही रहिंदे हन, ते सब तो वड्डी सजा इहदे जीवन की बन जाती है जदों इहदा मन विकारां दी दलदल विच तसदा जांदा है। आखिरीਆਂ पंक्तियां अज दे पावन शब्द दियां, नानक नाम लगे से उभरे हौमै शब्द जलाए। सब कहते हे नानक, ਜਿਹੜੇ मनुख गुरु जी दे शब्द दे राही अपने जीवन विचों मैं मेरी हौमे नूं दूर कर लेंदे हन ते सदा वास्ते परमात्मा दे हुक्म दे विच जुड़ जांदे हन, इस दी किरपा दे नाल उन्हां दे विचों हौमे मैं मेरी दूर हो जाती है, ते वो विकारां तो अपने आप नूं बचा लेंदे हन। उन्हां दा जीवन सुखी सुरखरू ते तंदुरुस्त हो जाता है। साहिब जी किरपा करन। अज दे पावन शब्द दे विच बहुत कुछ गुरु जी ने सानू सिखाया है, गुरु की मत ते तुरन दा तरीका दसिया है, किवें असीं गुरु दे दसे रस्ते ते चल के अपने जीवन नूं सफल बनाउणा है। आस करदा हाँ कि आप जी नूं अज दी विचार समझ आवेगी। मैं कोई विद्वान नहीं, आपां रल मिल के सिੱਖਦੇ हाँ। बहुत बहुत धन्नवाद आ
ਆਪ ਸਾਰਿਆਂ ਗੁਰੂ ਪਿਆਰੀਆਂ ਸਿੱਖ ਸੰਗਤਾਂ ਦਾ ਜੋ ਪਿਆਰ ਸਨਮਾਨ ਹੌਸਲਾ ਅਫਜ਼ਾਈ ਬਾਦ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।